ॐ स्थापकाय च धर्मस्य सर्वधर्म स्वरूपिणे अवतार वरिष्ठाय रामकृष्णाय ते नमः। 1 ਮਈ 2022 ਰੋਜ਼ ਦੀ ਤਰ੍ਹਾਂ ਸੂਰਜ ਦੀਆਂ ਸੁਨਹਿਰੀਆਂ ਕਿਰਨਾਂ ਗੰਗਾ ਮਾਈ ਦੇ ਪਵਿੱਤਰ ਜਲ ਨੂੰ ਛੂੰਹਦੀਆਂ ਹੋਈਆਂ ਬੇਲੂਰ ਮੱਠ ਦੇ ਛਤਰ ਤੇ ਚਮਕ ਰਹੀਆਂ ਸਨ। ਰਾਮਕ੍ਰਿਸ਼ਨ ਮਿਸ਼ਨ ਦੇ 125 ਸਾਲਾਂ ਦੀ ਯਾਤਰਾ ਨੂੰ ਵਗਦੀ ਗੰਗਾ ਦੀਆਂ ਲਹਿਰਾਂ ਗਵਾਹੀ ਦੇ ਰਹੀਆਂ ਸਨ। ਜਿਵੇਂ ਕਿ ਮਿਸ਼ਨ ਨੇ ਇਤਿਹਾਸਿਕ ਗੰਤਵ ਨੂੰ ਹਾਸਿਲ ਕਰ ਲਿੱਤਾ ਹੋਵੇ। ਅਸੀਂ ਸਵਾਮੀ ਵਿਵੇਕਾਨੰਦ ਦੇ ਰੂਹਾਨੀ ਸ਼ਬਦਾਂ ਨੂੰ ਯਾਦ ਕਰਦੇ ਹਾਂ ਕਿ ਬੇਲੂਰ ਮੱਠ ਦਾ ਅਧਿਆਤਮਿਕ ਪ੍ਰਭਾਵ 1500 ਸਾਲਾਂ ਤੱਕ ਰਹੇਗਾ। ਸ਼੍ਰੀ ਰਾਮਕ੍ਰਿਸ਼ਨ ਜੀ ਨੇ ਨਰੇਨ ਨੂੰ ਬੜੇ ਪ੍ਰੇਮ ਨਾਲ ਕਿਹਾ ਸੀ ਕਿ ਉਹ ਆਪਣੇ ਪਿਆਰੇ ਸ਼ਿਸ਼ਯ ਦੇ ਨਾਲ ਕਿਤੇ ਵੀ ਜਾਣ ਨੂੰ ਰਾਜ਼ੀ ਹਨ। ਆਪਣੀ ਇੱਛਾ ਅਨੁਸਾਰ ਜਿੱਥੇ ਵੀ ਤੁਸੀਂ ਖੁਸ਼ੀ ਨਾਲ ਮੈਨੂੰ ਲੈ ਜਾਵੋਗੇ, ਮੈਂ ਉੱਥੇ ਜ਼ਰੂਰ ਚੱਲਾਂਗਾ ਤੇ ਉੱਥੇ ਰਵਾਂਗਾ। 27 ਫਰਵਰੀ 1898 ਸਵਾਮੀ ਵਿਵੇਕਾਨੰਦ ਸ਼੍ਰੀ ਰਾਮਕ੍ਰਿਸ਼ਨ ਜੀ ਦੀਆਂ ਪਵਿੱਤਰ ਅਸਥੀਆਂ ਨੀਲਾਂਬਰ ਮੁਖਰਜੀ ਦੇ ਬਗੀਚੇ ਵਾਲੇ ਘਰ ਤੋਂ ਪੂਰਵ ਨਿਰਧਾਰਿਤ ਸਥਾਨ ਬੇਲੂਰ ਮੱਠ ਲੈ ਕੇ ਗਏ। ਇਹ ਸਥਾਨ ਗੰਗਾ ਜੀ ਦੇ ਪੱਛਮੀ ਕਿਨਾਰੇ ਤੇ ਅਤੇ ਦਕਸ਼ਿਨੇਸ਼ਵਰ ਮੰਦਿਰ ਤੋਂ ਵਿਕਰਨੀਏ ਸੀ। ਦਸੰਬਰ 9, 1898 ਨੂੰ ਰਾਮਕ੍ਰਿਸ਼ਨ ਮੱਠ ਤੇ ਮਿਸ਼ਨ ਇਸ ਜਗ੍ਹਾ ਤੇ ਪ੍ਰਸਤਾਵਿਤ ਰੂਪ ਨਾਲ ਸ਼ਿਫਟ ਕਰ ਦਿੱਤੇ ਗਏ। ਰਾਮਕ੍ਰਿਸ਼ਨ ਮੱਠ ਅਤੇ ਮਿਸ਼ਨ ਦੇ ਸ਼ਾਖਾ ਕੇਂਦਰ ਦੁਨੀਆ ਭਰ ਦੇ ਲਗਭਗ 24 ਦੇਸ਼ਾਂ ਵਿੱਚ ਹਨ ਅਤੇ ਉਹਨਾਂ ਸਾਰਿਆਂ ਦੇ ਕਾਰਜਾਂ ਦਾ ਸੰਚਾਲਨ ਬੇਲੂਰ ਮੱਠ ਤੋਂ ਹੀ ਕੀਤਾ ਜਾਂਦਾ ਹੈ। 256 ਸ਼ਾਖਾਵਾਂ ਵਿੱਚ 119 ਮੱਠ ਤੇ 137 ਮਿਸ਼ਨ ਕੇਂਦਰ ਸ਼੍ਰੀ ਰਾਮਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰ ਰਹੇ ਹਨ। ਭਾਰਤ ਵਿੱਚ 191 ਸ਼ਾਖਾਵਾਂ 27 ਰਾਜਾਂ ਅਤੇ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ਾਂ ਵਿੱਚ ਆਪਣੇ ਕਈ ਸੇਵਾ ਪ੍ਰੋਜੈਕਟਾਂ ਕਰਕੇ ਪ੍ਰਸਿੱਧ ਹਨ। ਇੱਕ ਸਾਧੂ ਦਾ ਮੁੱਖ ਉਦੇਸ਼ ਆਤਮ ਸਮੀਖਣ ਨਾਲ ਮੋਖ ਪ੍ਰਾਪਤ ਕਰਨਾ ਹੈ। ਸਵਾਮੀ ਵਿਵੇਕਾਨੰਦ ਨੇ ਆਪਣੇ ਗੁਰੂ ਦੇ ਵਿਚਾਰ ਨਾਲ ਪ੍ਰਭਾਵਿਤ ਹੋ ਕੇ ਸੰਨਿਆਸ ਦੀ ਪ੍ਰਚਲਿਤ ਵਿਚਾਰਧਾਰਾ ਨੂੰ ਸੰਗਠਿਤ ਸੇਵਾ ਦੇ ਨਾਲ ਜੋੜ ਦਿੱਤਾ। ਇੱਕ ਸੰਨਿਆਸੀ ਦਾ ਜੀਵਨ ਲੋਕਾਂ ਦੀ ਖੁਸ਼ੀ ਲਈ ਹੈ। ਬਹੁਜਨ ਹਿਤਾਏ ਬਹੁਜਨ ਸੁਖਾਏ। ਇਸ ਲਈ ਸੰਨਿਆਸ ਦੀ ਇਸ ਨਵੀਂ ਵਿਚਾਰਧਾਰਾ ਦਾ ਉਦੇਸ਼ ਆਤਮਨੋ ਮੋਕਸ਼ਾਰਥਮ ਜਗਤ ਹਿਤਾਏ ਚ, ਭਾਵ ਆਪਣਾ ਮੋਖ ਅਤੇ ਜਗਤ ਵਾਸਤੇ ਹਿਤਕਰ ਸੇਵਾ। ਇਹ ਗੱਲ ਨਰਿੰਦਰ ਨਾਥ ਨੇ ਸਭ ਤੋਂ ਪਹਿਲਾਂ ਸ਼੍ਰੀ ਰਾਮਕ੍ਰਿਸ਼ਨ ਜੀ ਤੋਂ ਸੁਣੀ ਕਿ ਬ੍ਰਹਮ ਜਾਂ ਰੱਬ ਸੰਸਾਰ ਵਿੱਚ ਅਤੇ ਸੰਸਾਰ ਦੇ ਪ੍ਰਤੇਕ ਮਨੁੱਖ ਵਿੱਚ ਵਸਦਾ ਹੈ। ব্রহ্মতে কীট পরমাণু সর্বভূতে সেই প্রেমময়, মন প্রাণ শরীর অর্পণ করো সখে এ সবার পায়। বহুরূপে সম্মুখে তোমার ছাড়ি কোথা খুঁজিছ ঈশ্বর, জীবে প্রেম করে যেই জন সেই জন সেবিছে ঈশ্বর। ਪ੍ਰਤੇਕ ਮਨੁੱਖ ਸਾਰੇ ਜੀਵਾਂ ਦੀ ਰੱਬ ਸਮਝ ਕੇ ਸੇਵਾ ਕਰ ਸਕਦਾ ਹੈ। ਸ਼ਿਵ ਗਿਆਨੀ ਜੀਵ ਸੇਵਾ। ਸਵਾਮੀ ਵਿਵੇਕਾਨੰਦ ਜੀ ਦੇ ਵਿਵਹਾਰਿਕ ਵਿਦਾਂਤ ਦਾ ਨਿਚੋੜ ਇਨ੍ਹਾਂ ਪੰਕਤੀਆਂ ਦੇ ਵਿੱਚ ਸਮਾਹਿਤ ਹੈ। ਉਹ ਚਾਹੁੰਦੇ ਸਨ ਕਿ ਉਹਨਾਂ ਦੇ ਸੰਨਿਆਸੀ ਸਾਧੂ ਇਸ ਵਿਚਾਰ ਦੇ ਆਧਾਰ ਤੇ ਆਪਣੇ ਹਰ ਕੰਮ ਨੂੰ ਕਰਨ। ਸ਼੍ਰੀ ਰਾਮਕ੍ਰਿਸ਼ਨ ਜੀ ਸਦਾ ਆਖਦੇ ਸਨ ਕਿ ਕਲਯੁਗ ਦੀ ਸਭ ਤੋਂ ਵੱਡੀ ਤਪੱਸਿਆ ਸੱਚਾਈ ਹੈ। ਉਹਨਾਂ ਵਾਂਗ ਹੀ ਸਵਾਮੀ ਵਿਵੇਕਾਨੰਦ ਜੀ ਆਖਦੇ ਸਨ, ਸੱਚਾਈ ਲਈ ਸਭ ਕੁਝ ਕੁਰਬਾਨ ਕੀਤਾ ਜਾ ਸਕਦਾ ਹੈ, ਪਰ ਕਿਸੇ ਲਈ ਸੱਚਾਈ ਨੂੰ ਕੁਰਬਾਨ ਨਹੀਂ ਕੀਤਾ ਜਾ ਸਕਦਾ। ਸੱਚ ਦੀ ਖੋਜ ਅਤੇ ਉਸ ਦੇ ਆਦਰਸ਼ ਲਈ ਗੁਰੂ ਅਤੇ ਸ਼ਿਸ਼ਯ
ਕਈ ਵਾਰੀ ਗੈਰ ਰਵਾਇਤੀ ਰਾਹ ਵੀ ਚੁਣਦੇ ਸਨ। ਇਸ ਸੰਬੰਧੀ ਸ਼੍ਰੀ ਰਾਮਕ੍ਰਿਸ਼ਨ ਜੀ ਦੇ ਬਚਪਨ ਤੋਂ ਇੱਕ ਉਦਾਹਰਣ ਲਿਆ ਜਾ ਸਕਦਾ ਹੈ। ਬਚਪਨ ਵਿੱਚ ਗਦਾਧਰ ਨੇ ਆਪਣੀ ਦਾਈ ਤਾਨੀ ਕੁਮਾਰਨੀ ਨੂੰ ਵਚਨ ਦਿੱਤਾ ਸੀ ਕਿ ਉਹ ਆਪਣੇ ਜਨੇਊ ਸੰਸਕਾਰ ਵੇਲੇ ਸਭ ਤੋਂ ਪਹਿਲੀ ਭਿਕਸ਼ਾ ਉਹਨਾਂ ਤੋਂ ਹੀ ਲੈਣਗੇ। 186 ਸਾਲ ਪਹਿਲੇ ਇੱਕ ਬ੍ਰਾਹਮਣ ਬਾਲਕ ਦਾ ਕਿਸੇ ਨੀਵੀਂ ਜਾਤ ਦੀ ਇਸਤਰੀ ਕੋਲੋਂ ਭਿਕਸ਼ਾ ਲੈਣ ਦੀ ਗੱਲ ਕੋਈ ਸੋਚ ਵੀ ਨਹੀਂ ਸਕਦਾ ਸੀ। ਉਸ ਸਮੇਂ ਦੇ ਅਨੁਸਾਰ ਸੁਭਾਵਿਕ ਸੀ ਕਿ ਸਭ ਨੇ ਇਸ ਦਾ ਵਿਰੋਧ ਕੀਤਾ, ਪਰ 9 ਸਾਲਾਂ ਦੇ ਇਸ ਬਾਲਕ ਨੇ ਤਾਨੀ ਨੂੰ ਦਿੱਤੇ ਆਪਣੇ ਵਚਨ ਨੂੰ ਪੂਰੇ ਕਰਨ ਲਈ ਸਭ ਨੂੰ ਮਨਾ ਲਿਆ। 200 ਸਾਲ ਪੁਰਾਣੇ ਰੂੜੀਵਾਦੀ ਸਮਾਜ ਨੂੰ ਇੱਕ 9 ਸਾਲ ਦੇ ਬਾਲਕ ਅੱਗੇ ਹਾਰ ਮੰਨਣੀ ਪਈ। ਸ਼੍ਰੀ ਰਾਮਕ੍ਰਿਸ਼ਨ ਜੀ ਦੀ ਸਾਧਨਾ ਨੇ ਇਹ ਸਾਬਿਤ ਕਰ ਦਿੱਤਾ, ਜਿੰਨੇ ਮਤ ਓਨੇ ਪਥ। ਸ਼੍ਰੀ ਰਾਮਕ੍ਰਿਸ਼ਨ ਜੀ ਦਾ ਜੀਵਨ ਸਾਰੀਆਂ ਜਾਤਾਂ, ਧਰਮਾਂ ਅਤੇ ਸੰਪਰਦਾਇਆਂ ਤੇ ਭੇਦਭਾਵਾਂ ਤੋਂ ਉੱਤੇ ਲੈ ਜਾਂਦਾ ਹੈ। ਸ਼੍ਰੀ ਰਾਮਕ੍ਰਿਸ਼ਨ ਜੀ ਸਦਾ ਆਖਦੇ ਸਨ ਕਿ ਸਾਰੇ ਧਰਮਾਂ ਦਾ ਪਰਮ ਉਦੇਸ਼ ਹੈ ਆਤਮ ਦਰਸ਼ਨ ਅਤੇ ਸੱਚ ਦੇ ਵੱਖਰੇ ਪਹਿਲੂਆਂ ਦੀ ਖੋਜ ਕਰਨਾ। ਨਰੇਂਦਰ ਨਾਥ ਦੇ ਬਚਪਨ ਦੇ ਅਨੇਕ ਉਦਾਹਰਣ ਵੀ ਉਹਨਾਂ ਦੀ ਸੱਚ ਦੀ ਖੋਜ ਤੇ ਪ੍ਰਕਾਸ਼ ਪਾਉਂਦੇ ਹਨ। ਰੋਜ਼ ਬਹੁਤ ਸਾਰੇ ਲੋਕ ਉਹਨਾਂ ਦੇ ਵਕੀਲ ਪਿਤਾ ਜੀ ਵਿਸ਼ਵਨਾਥ ਦੱਤ ਨੂੰ ਮਿਲਣ ਆਉਂਦੇ ਸਨ। ਉਹਨਾਂ ਦੇ ਘਰ ਵਿੱਚ ਹਰ ਇੱਕ ਨੂੰ ਵੱਖਰਾ ਹੁੱਕਾ ਉਹਨਾਂ ਦੇ ਧਰਮ ਤੇ ਜਾਤ ਦੇ ਮੁਤਾਬਿਕ ਦਿੱਤਾ ਜਾਂਦਾ ਸੀ। ਨਰੇਂਦਰ ਨਾਥ ਬਹੁਤ ਉਤਸੁਕ ਸੀ ਕਿ ਜੇਕਰ ਇੱਕ ਬੰਦੇ ਦਾ ਹੁੱਕਾ ਦੂਜਾ ਬੰਦਾ ਵਰਤ ਲੈਂਦਾ ਹੈ ਤਾਂ ਕੀ ਕੋਈ ਦੁਰਭਾਗਪੂਰਨ ਘਟਨਾ ਘਟ ਜਾਏਗੀ। ਇੱਕ ਦਿਨ ਉਹਨਾਂ ਨੇ ਸਾਰੇ ਹੁੱਕਿਆਂ ਨੂੰ ਇੱਕ ਇੱਕ ਕਰਕੇ ਅਜ਼ਮਾਇਆ ਤੇ ਉਹ ਇਹ ਖੋਜ ਕੇ ਬਹੁਤ ਸੰਤੁਸ਼ਟ ਹੋਏ ਕਿ ਇਸ ਕਾਰਨ ਨਾਲ ਕੁਝ ਵੀ ਦੁਰਘਟਨਾ ਨਹੀਂ ਵਾਪਰੀ ਸੀ। ਸਵਾਮੀ ਵਿਵੇਕਾਨੰਦ ਲਈ ਸਭ ਤੋਂ ਮਹੱਤਵਪੂਰਨ ਇਹ ਖੋਜ ਸੀ ਕਿ ਰੱਬ ਦੀ ਹੋਂਦ ਤੇ ਨਿਰਧਾਰਿਤ ਮਨੁੱਖ ਵਿੱਚ ਵਸਦੀ ਦੈਵਿਕ ਸ਼ਕਤੀ ਹੈ, ਜਿਹੜੀ ਸਭ ਨੂੰ ਏਕਤਾ ਦੇ ਸੂਤਰ ਵਿੱਚ ਪਿਰੋਂਦੀ ਹੈ। ਰਾਮਕ੍ਰਿਸ਼ਨ ਮਿਸ਼ਨ ਇਸੇ ਆਦਰਸ਼ ਤੇ ਹੀ ਆਧਾਰਿਤ ਹੈ। ਇਸ ਲਈ ਇਹ ਅਧਿਆਤਮਿਕ ਸੰਸਥਾ ਜਾਤ ਪਾਤ, ਧਰਮ ਤੇ ਰੰਗ ਭੇਦ ਤੋਂ ਉੱਪਰ ਉੱਠ ਕੇ ਕੰਮ ਕਰਨ 'ਚ ਵਿਸ਼ਵਾਸ ਕਰਦੀ ਹੈ। ਰਾਮਕ੍ਰਿਸ਼ਨ ਮਿਸ਼ਨ ਦਾ ਉਦੇਸ਼ ਲੋਕਾਂ ਨੂੰ ਜੀਵਨ ਦਾ ਪਰਮ ਲਕਸ਼ ਆਤਮ ਦਰਸ਼ਨ ਪ੍ਰਾਪਤ ਕਰਨ ਲਈ ਸਹਾਇਤਾ ਕਰਨਾ ਹੈ ਅਤੇ ਮਿਸ਼ਨ ਲੋਕਾਂ ਦੀਆਂ ਸਰੀਰਕ, ਮਾਨਸਿਕ, ਬੌਧਿਕ ਅਤੇ ਅਧਿਆਤਮਿਕ ਵਿਕਾਸ ਲਈ ਸਮਰਪਿਤ ਹੈ। Like in South Africa, in Fiji, in Mauritius, Sri Lanka, Bangladesh, many countries in which the Ramakrishna mission is active, where both are done. ਦੱਖਣੀ ਅਫਰੀਕਾ, ਫਿਜੀ, ਮੌਰੀਸ਼ੀਅਸ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵਿੱਚ 2 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ। ਭਾਰਤ ਦੇ ਪੁਰਾਤਨ ਅਧਿਆਤਮਿਕ ਬੁੱਧੀਮਤਾ ਦੇ ਅਨੁਸਾਰ ਗਿਆਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਸ਼ੈਕਸ਼ਨਿਕ ਸੇਵਾਵਾਂ, ਚਿਕਿਤਸਾ ਸੇਵਾਵਾਂ ਅਤੇ ਗਰੀਬੀ ਦੂਰ ਕਰਨ ਦੇ ਪ੍ਰੋਗਰਾਮਾਂ ਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਅਮਰੀਕਾ ਵਿੱਚ ਧਾਰਮਿਕ ਸਿੱਖਿਆਵਾਂ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਵੇਦਾਂਤਾ ਅਤੇ ਯੋਗ ਸਿਧਾਂਤ ਦੀ ਸਿੱਖਿਆਵਾਂ ਵੀ ਦਿੱਤੀਆਂ ਜਾਂਦੀਆਂ। ਉੱਥੇ ਦੇ ਲੋਕਾਂ ਨੂੰ ਇਹੋ ਜਿਹੀ ਸੇਵਾਵਾਂ ਦੀ ਜ਼ਿਆਦਾ ਲੋੜ ਹੈ। ਸ਼੍ਰੀ ਰਾਮਕ੍ਰਿਸ਼ਨ ਜੀ ਨੇ ਆਪਣੀ ਸੰਸਾਰਿਕ ਲੀਲਾ ਨੂੰ 1886 ਵਿੱਚ ਵਿਰਾਮ ਦੇ ਦਿੱਤਾ, ਜਿਸ ਦੇ ਬਾਅਦ ਸਵਾਮੀ ਵਿਵੇਕਾਨੰਦ ਜੀ 5 ਸਾਲਾਂ ਤੱਕ ਭਾਰਤ ਵਿੱਚ ਭ੍ਰਮਣ ਕਰਦੇ ਰਹੇ, ਕਦੀ ਰੇਲ ਗੱਡੀ ਵਿੱਚ ਤੇ ਕਦੀ ਪੈਦਲ। ਇਸ ਦੌਰਾਨ ਕਈ ਵਾਰੀ ਉਹਨਾਂ ਨੂੰ ਭੁੱਖੇ ਵੀ ਰਹਿਣਾ ਪਿਆ ਤੇ ਕਈ ਵਾਰੀ ਰਾਜਸੀ ਭੋਜਨ ਵੀ ਮਿਲੇ। ਇਹਨਾਂ ਯਾਤਰਾਵਾਂ ਨੇ ਉਹਨਾਂ ਨੂੰ ਭਾਰਤ ਦੀਆਂ ਕਮਜ਼ੋਰੀਆਂ ਅਤੇ ਤਾਕਤਾਂ ਬਾਰੇ ਜਾਣਨ ਦਾ ਅਵਸਰ ਦਿੱਤਾ। ਉਹਨਾਂ ਨੇ ਮਹਿਸੂਸ ਕੀਤਾ ਕਿ ਦੇਸ਼ ਦੀ ਅਨੇਕਤਾ ਦੇ ਪਿੱਛੇ ਧਾਰਮਿਕ ਦ੍ਰਿਸ਼ਟੀਕੋਣ ਇੱਕ ਹੀ ਹੈ। 11 ਸਤੰਬਰ 1893 ਸਵਾਮੀ ਵਿਵੇਕਾਨੰਦ ਜੀ ਨੇ ਸ਼ਿਕਾਗੋ 'ਚ ਧਰਮ ਸੰਸਦ ਵਿੱਚ ਆਪਣਾ ਪਹਿਲਾ ਭਾਸ਼ਣ ਦਿੱਤਾ। ਇਸ ਭਾਸ਼ਣ ਦੇ ਸਾਰਵਭੌਮਿਕ ਭਾਵ ਨੇ ਪੂਰੀ ਤਰ੍ਹਾਂ ਦਰਸ਼ਕਾਂ ਦਾ ਮਨ ਮੋਹ ਲਿਆ, ਜਿਸ ਕਾਰਨ ਉਹਨਾਂ ਨੂੰ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ। ਲੇਕਿਨ ਉਸ ਰਾਤ ਉਹ ਸੋ ਨਾ ਸਕੇ। ਆਲੀਸ਼ਾਨ ਕਮਰੇ ਦੇ ਨਰਮ ਬਿਸਤਰੇ ਨੂੰ ਛੱਡ ਕੇ ਆਪਣੇ ਗਰੀਬੀ ਤੋਂ ਤ੍ਰਸਤ ਭਾਰਤ ਵਾਸੀਆਂ ਬਾਰੇ ਸੋਚ ਕੇ
ਫਰਸ਼ ਤੇ ਲੇਟੇ ਸਾਰੀ ਰਾਤ ਰੋਂਦੇ ਰਹੇ। ਸਵਾਮੀ ਜੀ ਨੇ ਮਹਿਸੂਸ ਕੀਤਾ ਕਿ ਜਦੋਂ ਤੱਕ ਲੋਕਾਂ ਨੂੰ ਆਤਮ ਨਿਰਭਰ ਬਣਨ ਦੀ ਪ੍ਰੇਰਣਾ ਨਹੀਂ ਦਿੱਤੀ ਜਾਏਗੀ, ਤਦੋਂ ਤੱਕ ਸਾਰੇ ਸੰਸਾਰ ਦਾ ਧਨ ਵੀ ਉਹਨਾਂ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਅਤੇ ਕਿਸੇ ਵੀ ਦੇਸ਼ ਨੂੰ ਅੱਗੇ ਵਧਾਉਣ ਲਈ ਸਿਰਫ ਸਿੱਖਿਆ ਦੀ ਲੋੜ ਹੈ। ਉਹਨਾਂ ਦੇ ਅਨੁਸਾਰ ਪੱਛਮ ਦੇ ਭੌਤਿਕ ਗਿਆਨ ਤੇ ਵਿਦਾਂਤ ਨੂੰ ਰਲਾ ਕੇ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਉਹ ਚਾਹੁੰਦੇ ਸਨ ਕਿ ਸਭ ਨੂੰ ਸਿੱਖਿਆ ਦੇ ਸਮਾਨ ਅਵਸਰ ਮਿਲਣੇ ਚਾਹੀਦੇ ਹਨ। ਅੱਜ ਮਾਨਯੋਗ ਵਿਸ਼ਵ ਵਿਦਿਆਲਿਆਂ ਦੇ ਨਾਲ ਰਾਮਕ੍ਰਿਸ਼ਨ ਮਿਸ਼ਨ ਦੇ 540 ਸਕੂਲ ਤੇ ਕਾਲਜ, 1056 ਰਾਤਰੀ ਸਕੂਲ, ਨਾਨ ਫਾਰਮਲ ਸਕੂਲ ਅਤੇ ਕੋਚਿੰਗ ਕੇਂਦਰ ਹਨ। ਸਵਾਮੀ ਵਿਵੇਕਾਨੰਦ ਨੇ ਭੈਣ ਨਿਵੇਦਿਤਾ ਨੂੰ ਭਾਰਤੀ ਇਸਤਰੀਆਂ ਨੂੰ ਪੱਛਮ ਦੀਆਂ ਇਸਤਰੀਆਂ ਦੇ ਬਰਾਬਰ ਲਿਆਉਣ ਦਾ ਬੀੜਾ ਉਠਾਉਣ ਨੂੰ ਕਿਹਾ ਸੀ। ਰਾਮਕ੍ਰਿਸ਼ਨ ਮੱਠ ਅਤੇ ਮਿਸ਼ਨ ਨੇ ਇਸ ਕੰਮ ਨੂੰ ਅੱਗੇ ਵਧਾਉਂਦੇ ਹੋਏ ਅਨੇਕਾਂ ਕੁੜੀਆਂ ਨੂੰ ਸ਼ੈਕਸ਼ਨਿਕ ਸੰਸਥਾਨਾਂ ਵਿੱਚ ਦਾਖਲੇ ਦਿਵਾਏ। 2020-21 ਦੇ ਦੌਰਾਨ ਰਾਮਕ੍ਰਿਸ਼ਨਾ ਸੰਸਥਾਨਾਂ ਵਿੱਚ ਮੁੰਡਿਆਂ ਦੀ ਕੁੱਲ ਸੰਖਿਆ 83,331 ਸੀ ਤੇ ਕੁੜੀਆਂ ਦੀ ਕੁੱਲ ਸੰਖਿਆ 50,220 ਸੀ। ਇਹਨਾਂ ਸੰਸਥਾਵਾਂ ਨੂੰ ਚਲਾਉਣ ਲਈ 2021 ਵਿੱਚ ਕੁੱਲ ਖਰਚਾ 452 ਕਰੋੜ ਸੀ। ਇਸ ਤੋਂ ਇਲਾਵਾ ਮੱਠ ਅਤੇ ਮਿਸ਼ਨ ਨੇ ਲਗਾਤਾਰ ਅਨੇਕਾਂ ਵਰਕਸ਼ਾਪ, ਤਕਨੀਕੀ ਟ੍ਰੇਨਿੰਗ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ, ਜਿਨ੍ਹਾਂ ਦਾ ਲਾਭ ਹਜ਼ਾਰਾਂ ਲੋਕਾਂ ਨੇ ਪ੍ਰਾਪਤ ਕੀਤਾ। ਰਾਮਕ੍ਰਿਸ਼ਨ ਮੱਠ ਅਤੇ ਮਿਸ਼ਨ ਨੇ ਕਈ ਛੋਟੇ ਸ਼ਹਿਰਾਂ, ਕਬੀਲਿਆਈ ਇਲਾਕਿਆਂ ਅਤੇ ਪਿੰਡਾਂ ਵਿੱਚ ਵੀ ਸਿੱਖਿਆ ਦਾ ਪ੍ਰਸਾਰ ਕੀਤਾ। It was a time when Ramakrishna Mission sadhus approached them to provide them education, provide them health. ਇੱਕ ਸਮਾਂ ਸੀ ਜਦੋਂ ਰਾਮਕ੍ਰਿਸ਼ਨਾ ਮਿਸ਼ਨ ਦੇ ਸਾਧੂਆਂ ਨੂੰ ਵੇਖ ਕੇ ਆਦੀਵਾਸੀ ਭੱਜ ਜਾਂਦੇ ਸਨ। ਉਹ ਲੋਕ ਕਿਸੇ ਵੀ ਕਿਸਮ ਦੀ ਸਹਾਇਤਾ, ਭਾਵੇਂ ਉਹ ਸਿੱਖਿਆ ਜਾਂ ਸਿਹਤ ਸੰਬੰਧੀ ਸਹਾਇਤਾ ਹੋਵੇ, ਉਹ ਬਾਹਰਲੇ ਲੋਕਾਂ ਨੂੰ ਤੋਂ ਲੈਣ ਲਈ ਤਿਆਰ ਨਹੀਂ ਸਨ। ਹੁਣ 50 ਸਾਲ ਦੀ ਸੇਵਾ ਦੇ ਬਾਅਦ ਸਾਧੂਆਂ ਨੂੰ ਉਹਨਾਂ ਦੇ ਦਰਵਾਜ਼ੇ ਤੇ ਜਾਣ ਦੀ ਲੋੜ ਨਹੀਂ ਪੈਂਦੀ। ਹੁਣ ਆਦੀਵਾਸੀ ਆਪਣੇ ਬੱਚਿਆਂ ਵਾਸਤੇ ਸਕੂਲਾਂ ਅਤੇ ਹੋਸਟਲਾਂ ਵਿੱਚ ਦਾਖਲੇ ਲਈ ਆਪਣੇ ਆਪ ਆਉਣ ਲੱਗ ਪਏ ਹਨ। ਉਹਨਾਂ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਮਿਸ਼ਨ ਦੇ ਬਗੈਰ ਉਹਨਾਂ ਦਾ ਸਮਾਜ ਸ਼ੈਕਸ਼ਨਿਕ ਜਾਂ ਕਿਸੇ ਵੀ ਕਿਸਮ ਦਾ ਵਿਕਾਸ ਸੰਭਵ ਨਹੀਂ ਸੀ। ਖਾਸ ਕਰਕੇ ਅਰੁਣਾਚਲ ਪ੍ਰਦੇਸ਼ ਦੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਅੱਜ ਦਾ ਅਰੁਣਾਚਲ ਪ੍ਰਦੇਸ਼ ਰਾਮਕ੍ਰਿਸ਼ਨ ਮਿਸ਼ਨ ਦੇ ਬਿਨਾਂ ਇਹੋ ਜਿਹੀ ਤਰੱਕੀ ਕਦੀ ਵੀ ਹਾਸਿਲ ਨਹੀਂ ਕਰ ਸਕਦਾ ਸੀ। ਰਾਮਕ੍ਰਿਸ਼ਨ ਮਿਸ਼ਨ ਦੇ 15 ਕੇਂਦਰ ਮਨੀਪੁਰ, ਅਰੁਣਾਚਲ ਪ੍ਰਦੇਸ਼, ਮੇਘਾਲय ਅਤੇ ਤ੍ਰਿਪੁਰਾ ਦੇ ਆਦੀਵਾਸੀ ਲੋਕਾਂ ਨੂੰ ਸਮਰਪਿਤ ਹਨ। ਸਵਾਮੀ ਵਿਵੇਕਾਨੰਦ ਜੀ ਦਾ ਪ੍ਰਕਾਸ਼ ਸਾਰੀ ਦੁਨੀਆ ਵਿੱਚ ਫੈਲ ਚੁੱਕਿਆ ਹੈ। ਅੱਜ ਕੋਈ ਵੀ ਜਦੋਂ ਬੇਲੂਰ ਮੱਠ ਦੇ ਦਵਾਰ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਉਹਦੇ ਸੱਜੇ ਹੱਥ ਬਹੁਤ ਹੀ ਸ਼ਾਨਦਾਰ ਇਮਾਰਤ ਦਿਸਦੀ ਹੈ। ਇਹ ਰਾਮਕ੍ਰਿਸ਼ਨ ਮੱਠ ਅਤੇ ਮਿਸ਼ਨ ਦਾ ਹੈੱਡਕੁਆਰਟਰ ਹੈ, ਜਿਹੜਾ ਸਾਰੀ ਦੁਨੀਆ ਵਿੱਚ ਫੈਲੀਆਂ ਸ਼ਾਖਾਵਾਂ ਅਤੇ ਉਹਨਾਂ ਦੀਆਂ ਗਤੀਵਿਧੀਆਂ ਦਾ ਨਾੜੀ ਕੇਂਦਰ ਹੈ। ਇਸ ਸੰਗਠਨ ਦੀ ਅਧਿਕਸ਼ਤਾ ਪ੍ਰੈਜ਼ੀਡੈਂਟ ਮਹਾਰਾਜ ਕਰਦੇ ਹਨ ਅਤੇ ਪ੍ਰਸ਼ਾਸਨਿਕ ਕਾਰਜਾਂ ਦਾ ਸੰਚਾਲਨ ਜਨਰਲ ਸੈਕਟਰੀ ਮਹਾਰਾਜ ਅਤੇ ਟਰਸਟੀ ਬੋਰਡ ਦੀ ਦੇਖਰੇਖ 'ਚ ਸੰਭਾਲਿਆ ਜਾਂਦਾ ਹੈ। ਸ਼੍ਰੀ ਰਾਮਕ੍ਰਿਸ਼ਨ ਜੀ ਦੀ ਨਿਗਰਾਨੀ ਹੇਠ ਤਿਆਰ ਹੋਏ ਇੱਕ ਯੁਵਾ ਸ਼ਿਸ਼ਿਆਵਾਂ ਦੇ ਸਮੂਹ ਨੇ ਸ਼੍ਰੀ ਰਾਮਕ੍ਰਿਸ਼ਨ ਜੀ ਦੇ ਸੰਦੇਸ਼ਾਂ ਨੂੰ ਦੁਨੀਆ ਵਿੱਚ ਫੈਲਾਉਣ ਦੀ ਜ਼ਿੰਮੇਵਾਰੀ ਲਈ ਅਤੇ ਉਹਨਾਂ ਦੀ ਅਥਕ ਮਿਹਨਤ ਕਰਕੇ ਰਾਮਕ੍ਰਿਸ਼ਨ ਸੰਘ ਦੀ ਸਥਾਪਨਾ ਹੋਈ। ਦਖਿਨੇਸ਼ਵਰ ਕਾਲੀ ਮੰਦਿਰ ਵਿੱਚ ਰਾਮਕ੍ਰਿਸ਼ਨ ਮੱਠ ਅਤੇ ਮਿਸ਼ਨ ਦੀ ਸਥਾਪਨਾ ਦੇ ਬੀਜ ਬੋਏ ਗਏ ਸਨ। ਉਹਨਾਂ ਦੀ ਯੋਜਨਾ ਸ਼ਾਮਪੁਕੁਰ ਅਤੇ ਕਾਸ਼ੀਪੁਰ ਵਿੱਚ ਹੌਲੀ-ਹੌਲੀ ਸਪਸ਼ਟ ਰੂਪ ਲੈਣ ਲੱਗ ਪਈ। 11 ਦਸੰਬਰ 1885 ਸ਼੍ਰੀ ਰਾਮਕ੍ਰਿਸ਼ਨ ਜੀ ਦੇ ਮੁੱਖ ਸ਼ਿਸ਼ ਉਹਨਾਂ ਦੀ ਸੇਵਾ ਕਰਨ ਲਈ ਉਹਨਾਂ ਦੇ ਨਾਲ ਰਹਿਣ ਪਹੁੰਚ ਗਏ। ਸ਼੍ਰੀ ਰਾਮਕ੍ਰਿਸ਼ਨ ਜੀ ਨੇ ਉਹਨਾਂ ਵਿੱਚ ਵੈਰਾਗ ਦੀ ਅਗਨੀ ਪ੍ਰਜਵਲਿਤ ਕਰਕੇ ਪਰਮ ਸਤ ਦੀ ਪ੍ਰਾਪਤੀ ਲਈ ਤ੍ਰਿਸ਼ਨਾ ਜਗਾਈ। ਇੱਕ ਦਿਨ ਉਹਨਾਂ ਨੇ ਭਵਿੱਖ 'ਚ ਸਾਧੂ ਹੋਣ ਵਾਲੇ ਆਪਣੇ 11 ਸ਼ਿਸ਼ਿਆਵਾਂ ਨੂੰ ਗੇਰੂਏ ਵਸਤਰ ਤੇ ਰੁਦਰਾਕਸ਼ ਦੀਆਂ ਮਾਲਾ ਭੇਂਟ ਕੀਤੀਆਂ। ਸ਼੍ਰੀ ਰਾਮਕ੍ਰਿਸ਼ਨ ਜੀ ਨੇ ਨਰੇਂਦਰ ਨਾਥ ਨੂੰ ਭਵਿਸ਼ਯਮ ਭਾਵੀ ਸੰਘ ਦਾ ਨਾਇਕ ਬਣ ਕੇ
ਸਾਰੀ ਜ਼ਿੰਮੇਵਾਰੀ ਲੈਣ ਲਈ ਤਿਆਰ ਕੀਤਾ ਅਤੇ ਆਪਣੀਆਂ ਸਾਰੀਆਂ ਦੈਵਿਕ ਸ਼ਕਤੀਆਂ ਦਾ ਸੰਚਾਰ ਉਹਨਾਂ ਨੇ ਨਰਿੰਦਰ ਨਾਥ ਦੇ ਵਿੱਚ ਕਰ ਦਿੱਤਾ। ਇਸ ਦੇ ਬਾਅਦ ਸ਼੍ਰੀ ਰਾਮਕ੍ਰਿਸ਼ਨ ਜੀ ਨੇ ਉਹਨਾਂ ਨੂੰ ਬੜੇ ਪ੍ਰੇਮ ਨਾਲ ਕਿਹਾ, ਅੱਜ ਤੈਨੂੰ ਆਪਣਾ ਸਭ ਕੁਝ ਦੇ ਕੇ ਮੈਂ ਫਕੀਰ ਬਣ ਗਿਆ ਹਾਂ। ਇਸ ਸ਼ਕਤੀ ਦਾ ਪ੍ਰਯੋਗ ਕਰਕੇ ਤੂੰ ਸਾਰੀ ਦੁਨੀਆ ਦਾ ਕਲਿਆਣ ਕਰੇਂਗਾ। ਸ਼੍ਰੀ ਰਾਮਕ੍ਰਿਸ਼ਨ ਜੀ ਦੀ ਮਹਾਸਮਾਧੀ ਦੇ ਬਾਅਦ ਨਵਾਂ ਉਭਰਦਾ ਹੋਇਆ ਕਾਸ਼ੀਪੁਰ ਦਾ ਆਸ਼ਰਮ ਬੰਦ ਹੋ ਗਿਆ ਅਤੇ ਉਹਨਾਂ ਦੇ ਸਾਰੇ ਸ਼ਿਸ਼ਿਆਵਾਂ ਨੂੰ ਕਾਸ਼ੀਪੁਰ ਦੇ ਬਗੀਚੇ ਵਾਲੇ ਘਰ ਨੂੰ ਛੱਡਣਾ ਪਿਆ। ਸ਼੍ਰੀ ਰਾਮਕ੍ਰਿਸ਼ਨ ਜੀ ਨੇ ਸੁਰੇਂਦਰ ਨਾਥ ਮਿੱਤਰ ਨੂੰ ਆਦੇਸ਼ ਦਿੱਤਾ ਕਿ ਉਹ ਨਰਿੰਦਰ ਨਾਥ ਅਤੇ ਬਾਕੀ ਸ਼ਿਸ਼ਿਆਵਾਂ ਦੇ ਲਈ ਕਲਕੱਤੇ ਦੇ ਕੋਲ ਕਿਰਾਏ ਦੇ ਮਕਾਨ ਦਾ ਪ੍ਰਬੰਧ ਕਰਨ, ਜਿੱਥੇ ਕਿ ਉਹ ਸਾਰੇ ਆਸ਼ਰਮ ਵਰਗਾ ਸੰਨਿਆਸੀ ਜੀਵਨ ਜੀ ਸਕਣ। ਬਲਰਾਮ ਬੋਸ ਅਤੇ ਗਿਰੀਸ਼ ਚੰਦਰ ਘੋਸ਼ ਨੇ ਅੱਗੇ ਵੱਧ ਕੇ ਪੈਸਿਆਂ ਨਾਲ ਸਹਾਇਤਾ ਕੀਤੀ। ਤਾਰਕ ਨਾਥ ਅਤੇ ਵੱਡਾ ਗੋਪਾਲ ਸਭ ਤੋਂ ਪਹਿਲਾਂ ਇਸ ਮੱਠ ਵਿੱਚ ਆਏ ਸਨ। ਉਹਨਾਂ ਦੇ ਮਗਰ ਨਰਿੰਦਰ, ਰਾਖਾਲ, ਕਾਲੀ ਪ੍ਰਸਾਦ, ਸ਼ਰਦ, ਸ਼ਸ਼ੀ, ਨਿਰੰਜਨ, ਬਾਬੂ ਰਾਮ, ਸੁਬੋਧ ਵੀ ਆ ਗਏ। ਜਨਵਰੀ 1887 ਬੜਾ ਨਗਰ ਮੱਠ ਵਿੱਚ ਨਰਿੰਦਰ ਅਤੇ 9 ਸ਼ਿਸ਼ਿਆਵਾਂ ਨੇ ਔਪਚਾਰਿਕ ਤੌਰ ਤੇ ਸੰਨਿਆਸ ਧਾਰਨ ਕੀਤਾ। ਇਸ ਨਵੇਂ ਮੱਠ ਵਿੱਚ ਸਾਰੇ ਸਾਧੂਆਂ ਨੇ ਕਠਿਨ ਜਪ, ਸਾਧਨਾ ਪਾਠ ਅਤੇ ਪ੍ਰਾਰਥਨਾਵਾਂ ਕੀਤੀਆਂ। ਇਹ ਸਾਧੂ ਪੂਰੇ ਦਿਨ ਅਤੇ ਕਈ ਵਾਰ ਦੇਰ ਰਾਤ ਤੱਕ ਵੀ ਸਾਧਨਾ ਅਤੇ ਧਿਆਨ ਕਰਦੇ ਸਨ। ਜੋ ਕੁਝ ਵੀ ਮਿਲ ਜਾਂਦਾ ਸੀ ਉਸੇ ਤੇ ਹੀ ਗੁਜ਼ਾਰਾ ਕਰ ਲੈਂਦੇ ਸਨ। ਕਈ ਵਾਰੀ ਨਿੰਮ ਦੇ ਪੱਤੇ ਤੇ ਉਬਲੇ ਚੌਲ ਖਾਂਦੇ ਸਨ ਤੇ ਕਈ ਵਾਰੀ ਉਹ ਵੀ ਨਹੀਂ ਮਿਲਦੇ ਸਨ, ਪਰ ਉਹਨਾਂ ਲਈ ਇਹ ਔਖਿਆਈਆਂ ਕੁਝ ਵੀ ਨਹੀਂ ਸਨ। ਉਹ ਤਾਂ ਕੇਵਲ ਆਪਣੇ ਗੁਰੂ ਦੇ ਆਦਰਸ਼ ਪ੍ਰਤੀ ਸ਼ਰਧਾ ਅਤੇ ਰੂਹਾਨੀ ਪ੍ਰੇਮ ਵਿੱਚ ਸਰਾਬੋਰ ਹੋ ਕੇ ਰਹਿੰਦੇ ਸਨ। ਸ਼੍ਰੀ ਰਾਮਕ੍ਰਿਸ਼ਨ ਜੀ ਦੇ ਜਨਮ ਦਿਵਸ 29 ਫਰਵਰੀ 1892 ਤੋਂ ਕੁਝ ਦਿਨ ਪਹਿਲਾਂ ਹੀ ਬੜਾ ਨਗਰ ਮੱਠ ਛੱਡ ਕੇ ਉਹ ਸਾਰੇ ਆਲਮ ਬਾਜ਼ਾਰ ਚਲੇ ਗਏ। ਉਹਨਾਂ ਦਿਨਾਂ 'ਚ ਸਵਾਮੀ ਵਿਵੇਕਾਨੰਦ ਪਰਿਵਰਾਜਕ ਹੋ ਕੇ ਗੁਜਰਾਤ ਵਿੱਚ ਭ੍ਰਮਣ ਕਰ ਰਹੇ ਸਨ। ਸਵਾਮੀ ਜੀ ਅਮਰੀਕਾ ਤੋਂ ਆਪਣੇ ਸਾਧੂ ਭਰਾਵਾਂ ਨੂੰ ਅਨੇਕ ਪੱਤਰ ਲਿਖਦੇ ਸਨ ਅਤੇ ਗਰੀਬਾਂ ਅਤੇ ਦੀਨ ਦੁਖੀਆਂ ਨੂੰ ਸਹਾਰਾ ਦੇਣ ਦੀ ਪ੍ਰੇਰਨਾ ਦਿੰਦੇ ਸਨ। ਉਹਨਾਂ ਨੇ ਆਪਣੇ ਭਾਈ ਸਾਧੂਆਂ ਨੂੰ ਆਖਿਆ ਕਿ ਪਹਿਲੇ ਉਹ ਗਰੀਬਾਂ ਨੂੰ ਰੋਟੀ ਦੇਣ ਅਤੇ ਬਾਅਦ ਵਿੱਚ ਐਸੀ ਸਿੱਖਿਆ ਦੇਣ ਜਿਸ ਦੇ ਨਾਲ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਦੂਜਿਆਂ ਦੀ ਸਹਾਇਤਾ ਕਰਨ ਦੇ ਲਾਇਕ ਬਣ ਸਕਣ। ਸਵਾਮੀ ਵਿਵੇਕਾਨੰਦ ਨੂੰ ਅਮਰੀਕਾ ਵਿੱਚ ਕ੍ਰਾਂਤੀਕਾਰੀ ਸਾਧੂ ਦੇ ਨਾਮ ਦਾ ਸੰਬੋਧਨ ਦਿੱਤਾ ਗਿਆ। ਉਹਨਾਂ ਨੇ ਅਮਰੀਕਾ ਦੇ ਲੋਕਾਂ ਨੂੰ ਵਿਦਾਂਤਿਕ ਅਧਿਆਤਮ ਨਾਲ ਜਗਾਇਆ ਅਤੇ ਆਪਣੇ ਪੱਤਰਾਂ ਰਾਹੀਂ ਆਪਣੇ ਸਾਥੀ ਸਾਧੂਆਂ ਨੂੰ ਭਾਰਤ ਵਿੱਚ ਵਿਵਹਾਰਿਕ ਵੇਦਾਂਤ ਨੂੰ ਫੈਲਾਉਣ ਲਈ ਅਤੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਸਵਾਮੀ ਵਿਵੇਕਾਨੰਦ ਨੇ ਮੁੰਬਈ ਤੋਂ ਅਮਰੀਕਾ ਲਈ 31 ਮਈ 1893 ਨੂੰ ਸਮੁੰਦਰੀ ਯਾਤਰਾ ਆਰੰਭ ਕੀਤੀ। ਉਹਨਾਂ ਨੇ ਨਾ ਸਿਰਫ ਸਾਧੂਆਂ ਨੂੰ ਬਲਕਿ ਸ਼ਰਧਾਲੂਆਂ ਨੂੰ ਵੀ ਸੰਗਠਨ ਦੇ ਸੁਚਾਰੂ ਸੰਚਾਲਨ ਲਈ ਪਰਬਾਰ ਕਾਰਜ ਸੌਂਪੇ। ਉਹਨਾਂ ਨੇ ਰਾਖਾਲ, ਜਿਨ੍ਹਾਂ ਨੂੰ ਅਸੀਂ ਸਵਾਮੀ ਬ੍ਰਹਮਾਨੰਦ ਦੇ ਨਾਂ ਤੋਂ ਵੀ ਜਾਣਦੇ ਹਾਂ, ਉਹਨਾਂ ਨੂੰ ਕਲਕੱਤੇ ਦੇ ਕੋਲ ਮੱਠ ਦੇ ਸਥਾਈ ਨਿਰਮਾਣ ਲਈ ਜ਼ਮੀਨ ਦਾ ਪ੍ਰਬੰਧ ਕਰਨ ਲਈ ਕਿਹਾ। ਸਵਾਮੀ ਜੀ ਕਲਕੱਤੇ ਵਿੱਚ ਸਥਾਈ ਮੱਠ ਦੇ ਨਿਰਮਾਣ ਦੇ ਨਾਲ-ਨਾਲ ਮਦਰਾਸ ਵਿੱਚ ਵੀ ਇੱਕ ਮੱਠ ਦੀ ਸਥਾਪਨਾ ਕਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਸ਼ਿਸ਼ ਆਲਾ ਸਿੰਘਾ ਪੈਰੂਮਲ ਨੂੰ ਇਸ ਦੇ ਵਾਸਤੇ ਜ਼ਮੀਨ ਲੱਭਣ ਲਈ ਪੱਤਰ ਲਿਖਿਆ ਅਤੇ ਸ਼ਸ਼ੀ ਮਹਾਰਾਜ ਨੂੰ ਨਵੇਂ ਆਸ਼ਰਮ ਦੀ ਸਥਾਪਨਾ ਦੀ ਸੰਭਾਵਨਾ ਪਰਖਣ ਲਈ ਮਦਰਾਸ ਭੇਜਿਆ। Community dining, irrespective of caste, color or creed, on special days like Sri Ramakrishna's birthday, he himself would sit among all the common people. स्वामी रामकृष्णानंद जी ने जात पात तो परे रल मिल के भंडारे विच खान दी प्रथा आरंभ की। श्री रामकृष्ण जी दे जन्म दिन ਅਤੇ ਹੋਰ ਵਿਸ਼ੇਸ਼ ਦਿਨਾਂ ਦੇ ਮੌਕੇ ਤੇ ਉਹ ਬਿਨਾਂ ਭੇਦਭਾਵ ਦੇ ਸਾਧਾਰਨ ਲੋਕਾਂ ਨੂੰ ਨਰ ਨਾਰਾਇਣ ਦਾ ਰੂਪ ਮੰਨ ਕੇ ਸਭ ਦੇ ਨਾਲ ਬਹਿ ਕੇ ਲੰਗਰ ਛਕਦੇ ਸਨ। ਇਹ ਦੱਖਣ ਭਾਰਤ ਦੇ ਲੋਕਾਂ ਲਈ ਪਹਿਲੀ ਵਾਰ ਸੀ ਕਿ ਸਵਾਮੀ ਰਾਮਕ੍ਰਿਸ਼ਨਾਨੰਦ ਜੀ ਵਰਗੇ ਆਧਿਆਤਮਿਕ ਗੁਰੂ ਇੰਨੇ ਖੁੱਲੇ ਦਿਲ ਨਾਲ ਉਹਨਾਂ ਦੇ ਵਿੱਚ ਬਹਿ ਕੇ ਭੋਜਨ ਕਰ ਰਹੇ ਹਨ। ਸਵਾਮੀ ਜੀ ਨੇ
ਦੱਖਣ ਵਿੱਚ ਜਾਤ-ਪਾਤ ਦੇ ਬੰਧਨਾਂ ਨੂੰ ਤੋੜ ਕੇ ਸਾਰੇ ਲੋਕਾਂ ਨੂੰ ਸ਼੍ਰੀ ਰਾਮ ਕ੍ਰਿਸ਼ਨ ਜੀ ਦੀ ਉਦਾਰ ਸਿੱਖਿਆਵਾਂ ਦੇ ਇੱਕ ਸੂਤਰ ਵਿੱਚ ਪਿਰੋਏ। ਸਵਾਮੀ ਜੀ ਦਾ ਵਿਚਾਰ ਸੀ ਕਿ ਮੱਠ ਸ਼ੁੱਧਤਾ ਦੇ ਪ੍ਰਤੀਕ ਹੋਣਗੇ ਜੋ ਕਿ ਮਨੁੱਖਤਾ ਤੇ ਮਜ਼ਬੂਤ ਚਰਿੱਤਰ ਦੇ ਨਿਰਮਾਣ ਲਈ ਮੁੱਖ ਰੂਪ ਨਾਲ ਕੰਮ ਕਰਨਗੇ। ਉਹਨਾਂ ਦਾ ਵਿਚਾਰ ਸੀ, ਆਪਣੇ ਤੇ ਵਿਸ਼ਵਾਸ ਰੱਖੋ, ਸਾਰੀ ਸ਼ਕਤੀ ਆਪ ਜੀ ਦੇ ਅੰਦਰ ਹੀ ਹੈ। ਚੇਤਨ ਹੋ ਕੇ ਉਸ ਸ਼ਕਤੀ ਨੂੰ ਪਹਿਚਾਨੋ ਅਤੇ ਪ੍ਰਗਟ ਕਰੋ। ਸਵਾਮੀ ਜੀ ਨੂੰ ਆਪਣੇ ਸਾਥੀ ਸਾਧੂਆਂ ਤੇ ਪੂਰਾ ਭਰੋਸਾ ਸੀ ਕਿ ਉਹ ਉਹਨਾਂ ਦੇ ਸੰਦੇਸ਼ ਅਤੇ ਕਾਰਜ ਨੂੰ ਅੱਗੇ ਲੈ ਕੇ ਜਾਣਗੇ। ਉਹਨਾਂ ਨੇ ਆਪਣੇ ਸਾਥੀ ਸਾਧੂਆਂ ਨੂੰ ਅਨੁਸ਼ਾਸਨ, ਦੂਰਦਰਸ਼ਿਤਾ ਅਤੇ ਹਮੇਸ਼ਾ ਸੱਚਾਈ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਦੇ ਆਪਣੇ ਸਾਥੀ ਸਾਧੂਆਂ ਅਤੇ ਸ਼ਿਸ਼ਿਆਂ ਲਈ ਪ੍ਰੇਮ ਦਾ ਨਤੀਜਾ ਹੈ ਕਿ ਅਸੀਂ ਅੱਜ ਦੇ ਮੱਠ ਅਤੇ ਮਿਸ਼ਨ ਦਾ ਇਹ ਸਰੂਪ ਦੇਖ ਰਹੇ ਹਾਂ। ਦੋਨੋਂ ਸੰਗਠਨ ਮੱਠ ਅਤੇ ਮਿਸ਼ਨ ਦੈਵਿਕ ਸਾਧਨ ਬਣ ਕੇ ਸਾਰੇ ਅਧਿਆਤਮਿਕ ਅਤੇ ਮਾਨਵਤਾ ਵਾਲੇ ਕੰਮਾਂ ਲਈ ਵੱਧ ਤੋਂ ਵੱਧ ਸ਼ਰਧਾ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਸ਼੍ਰੀ ਰਾਮਕ੍ਰਿਸ਼ਨ ਜੀ ਦੀ ਸਮਾਧੀ ਤੋਂ ਬਾਅਦ ਸ਼੍ਰੀ ਸ਼ਾਰਦਾ ਮਾਂ ਯੁਵਾ ਸਾਧੂਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਏ। ਸਾਰੇ ਯੁਵਾ ਸਾਧੂ ਠਾਕੁਰ ਜੀ ਦੀ ਸਿੱਖਿਆਵਾਂ ਬਾਰੇ ਸ਼੍ਰੀ ਮਾਂ ਦੇ ਨਾਲ ਚਰਚਾ ਕਰਦੇ ਸਨ ਅਤੇ ਪ੍ਰੇਰਨਾ ਲੈਂਦੇ ਸਨ। ਸ਼੍ਰੀ ਮਾਂ ਜਗਤ ਗੁਰੂ ਮਾਤਾ ਦਾ ਪ੍ਰਤੀਕ ਹਨ। ਸਵਾਮੀ ਜੀ ਦਾ 19 ਫਰਵਰੀ 1897 ਨੂੰ ਅਮਰੀਕਾ ਤੋਂ ਕਲਕੱਤੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਕੁਝ ਦਿਨ ਮਗਰੋਂ ਉਹ ਸ਼੍ਰੀ ਮਾਂ ਨੂੰ ਮਿਲਣ ਗਏ। ਉਹਨਾਂ ਨੇ ਮਾਂ ਨੂੰ ਕਿਹਾ ਕਿ ਉਹ ਠਾਕੁਰ ਜੀ ਦੀ ਸਿੱਖਿਆਵਾਂ ਦੇ ਪ੍ਰਚਾਰ ਲਈ ਸੰਘ ਦੀ ਸਥਾਪਨਾ ਵਿੱਚ ਹੋ ਰਹੀ ਦੇਰੀ ਦੇ ਕਾਰਨ ਦੁਖੀ ਹਨ। ਗੁਰੂ ਮਾਂ ਨੇ ਉੱਤਰ ਦਿੱਤਾ ਕਿ ਠਾਕੁਰ ਜੀ ਛੇਤੀ ਹੀ ਉਹਨਾਂ ਨੂੰ ਠੀਕ ਰਸਤਾ ਦਿਖਾਉਣਗੇ। ਉਹਨਾਂ ਦੀ ਇਹ ਸਾਧਾਰਨ ਜਿਹੀ ਗੱਲ ਨੇ ਸਵਾਮੀ ਜੀ ਦੇ ਮਨ ਨੂੰ ਬਹੁਤ ਸ਼ਾਂਤੀ ਦਿੱਤੀ। ਭਾਰਤ ਵਾਪਿਸ ਆਉਂਦੇ ਹੀ ਸਵਾਮੀ ਜੀ ਨੇ ਆਪਣੇ ਸਾਥੀ ਸਾਧੂਆਂ ਨਾਲ ਮੀਟਿੰਗ ਕੀਤੀ। ਮੀਟਿੰਗ 1 ਮਈ 1897 ਨੂੰ ਬਲਰਾਮ ਬੋਸ ਦੇ ਬਾਗ ਬਾਜ਼ਾਰ ਵਾਲੇ ਘਰ ਵਿੱਚ ਹੋਈ। ਉੱਥੇ ਸਵਾਮੀ ਜੀ ਨੇ ਮਿਸ਼ਨ ਦੇ ਉਦੇਸ਼ ਦੇ ਬਾਰੇ ਚਰਚਾ ਕਰਦੇ ਹੋਏ ਕਿਹਾ, ਇਹ ਮੱਠ ਅਤੇ ਮਿਸ਼ਨ ਸ਼੍ਰੀ ਰਾਮਕ੍ਰਿਸ਼ਨ ਜੀ ਦੇ ਦਿਵਯਤਾ ਦੇ ਸੰਦੇਸ਼ ਨੂੰ ਮਾਨਵਤਾ ਵਿੱਚ ਪਹੁੰਚਾਉਣਗੇ ਅਤੇ ਇਹ ਸਿਖਾਉਣਗੇ ਕਿ ਕਰਮ ਦੁਆਰਾ ਦਿਵਯਤਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। 5 ਮਈ ਦੀ ਮੀਟਿੰਗ ਵਿੱਚ ਉਹਨਾਂ ਨੇ ਸੰਗਠਨ ਦਾ ਨਵਾਂ ਨਾਮ ਰਾਮਕ੍ਰਿਸ਼ਨ ਮਿਸ਼ਨ ਐਸੋਸੀਏਸ਼ਨ ਰੱਖਿਆ। ਸਵਾਮੀ ਜੀ ਇਸ ਦੇ ਪ੍ਰੈਜ਼ੀਡੈਂਟ ਬਣੇ ਅਤੇ 4 ਸਾਲਾਂ ਲਈ ਸਵਾਮੀ ਬ੍ਰਹਮਾਨੰਦ ਜੀ ਨੂੰ ਕਲਕੱਤਾ ਮੱਠ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ। 4 ਮਈ 1909 ਨੂੰ ਰਾਮਕ੍ਰਿਸ਼ਨ ਮੱਠ ਦਾ ਪੰਜੀਕਰਨ ਕੀਤਾ ਗਿਆ। ਮੱਠ ਅਤੇ ਮਿਸ਼ਨ ਦੀ ਸਥਾਪਨਾ ਤੋਂ ਪਹਿਲਾਂ ਹੀ ਸਾਧੂਆਂ ਦੇ ਵਿੱਚ ਸਮਾਜ ਦੀ ਸੇਵਾ ਲਈ ਰੁਝਾਨ ਸੀ। ਇਹ ਸਾਰੇ ਸ਼ਿਸ਼ ਠਾਕੁਰ ਜੀ ਦੇ ਆਖਰੀ ਦਿਨਾਂ ਵਿੱਚ ਉਹਨਾਂ ਦੀ ਸੇਵਾ ਕਰਨ ਦੇ ਨਾਲ-ਨਾਲ ਆਪਸ ਵਿੱਚ ਇੱਕ ਦੂਸਰੇ ਦੇ ਪਰਿਵਾਰਾਂ ਦੀ ਸਹਾਇਤਾ ਕਰਦੇ ਸਨ, ਜਿਸ ਕਰਕੇ ਉਹਨਾਂ ਦੇ ਅੰਦਰ ਸੇਵਾ ਭਾਵਨਾ ਦਾ ਬੀਜ ਅੰਕੁਰਿਤ ਹੋ ਗਿਆ ਸੀ। ਸਵਾਮੀ ਅਖੰਡਾਨੰਦ ਜੀ ਨੇ ਸਭ ਤੋਂ ਵੱਧ ਕੇ ਸਵਾਮੀ ਵਿਵੇਕਾਨੰਦ ਜੀ ਦੀ ਸਿੱਖਿਆ ਅਨੁਸਾਰ ਦਰਿਦਰ ਨਾਰਾਇਣ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਜਦੋਂ ਸਵਾਮੀ ਜੀ ਨੇ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ, ਉਸ ਵੇਲੇ ਸਵਾਮੀ ਅਖੰਡਾਨੰਦ ਜੀ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਯਾਤਰਾ ਕਰ ਰਹੇ ਸਨ। ਉਸ ਵੇਲੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਬਹੁਤ ਭਿਅੰਕਰ ਅਕਾਲ ਅਤੇ ਭੁੱਖਮਰੀ ਫੈਲੀ ਹੋਈ ਸੀ। ਲੋਕਾਂ ਦੇ ਦੁੱਖ ਦਰਦ ਨੂੰ ਦੇਖ ਕੇ ਸਵਾਮੀ ਅਖੰਡਾਨੰਦ ਜੀ ਬਹੁਤ ਪੀੜਿਤ ਹੋਏ। ਇਸੇ ਕਰਕੇ ਉਹ ਬਹਿਰਾਮਪੁਰ ਤੋਂ 10 ਕਿਲੋਮੀਟਰ ਦੂਰ ਮੇਹੁਲਾ ਪਿੰਡ ਵਿੱਚ ਟਿਕ ਗਏ, ਜਿੱਥੇ ਦੇ ਲੋਕ ਬੁਰੀ ਤਰ੍ਹਾਂ ਅਕਾਲ ਤੋਂ ਪ੍ਰਭਾਵਿਤ ਸਨ। ਕੁਝ ਹੀ ਦਿਨਾਂ ਦੇ ਅੰਦਰ ਸਾਧੂ ਬਿਰਾਲ ਪਿੰਡ ਵਿੱਚ ਰਾਹਤ ਕਾਰਜ ਕਰਾਉਣ ਲਈ ਪਹੁੰਚ ਗਏ। ਬਾੜਗ੍ਰਸਤ ਦਕਸ਼ਿਨੇਸ਼ਵਰ ਪਿੰਡ ਦੇ ਲੋਕਾਂ ਨੂੰ ਚੌਲ, ਰਸਦ ਅਤੇ ਹੋਰ ਸਮਾਨ ਵੀ ਪਹੁੰਚਾਇਆ ਗਿਆ। 1898 ਵਿੱਚ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਦੇ 1 ਸਾਲ ਪੂਰੇ ਹੁੰਦਿਆਂ ਕਲਕੱਤੇ ਵਿੱਚ ਪਲੇਗ ਮਹਾਮਾਰੀ ਫੈਲ ਗਈ। ਸਵਾਮੀ ਜੀ ਜਦੋਂ ਕਲਕੱਤੇ ਵਿੱਚ ਆਪਣੀ ਬਿਮਾਰੀ ਤੋਂ ਉਭਰ ਰਹੇ ਸਨ, ਉਹਨਾਂ ਨੇ ਸਾਰੇ ਸੰਨਿਆਸੀਆਂ ਦੇ ਨਾਲ ਨੀਲਾਂਬਰ ਮੁਖਰਜੀ ਦੇ ਬਗੀਚੇ ਵਾਲੇ ਘਰ ਵਿੱਚ ਮੀਟਿੰਗ ਕੀਤੀ। ਸਵਾਮੀ ਜੀ ਨੇ ਜ਼ੋਰ ਦੇ ਕੇ ਆਪਣੇ ਸਾਥੀ ਸਾਧੂਆਂ ਨੂੰ ਕਿਹਾ, ਅਸੀਂ ਸਾਰੇ ਇੱਥੇ ਰੱਬ ਦੇ ਨਾਂ 'ਤੇ ਇਕੱਠੇ ਹੋਏ ਹਾਂ
ਅਸੀਂ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਪਲੇਗ ਦੇ ਮਰੀਜ਼ਾਂ ਦੀ ਸੇਵਾ ਕਰਾਂਗੇ। ਜੇ ਲੋੜ ਪਈ ਤਾਂ ਅਸੀਂ ਪਲੇਗ ਦੇ ਮਰੀਜ਼ਾਂ ਲਈ ਮੱਠ ਦੀ ਜ਼ਮੀਨ ਵੇਚ ਦਿਆਂਗੇ ਅਤੇ ਉਹਨਾਂ ਦੀ ਸਹਾਇਤਾ ਲਈ ਆਪਣੀ ਜਾਨ ਵੀ ਵਾਰ ਦਿਆਂਗੇ। ਉਸ ਸਾਲ ਤਾਂ ਪਲੇਗ ਦੀ ਬਿਮਾਰੀ ਦਬ ਗਈ, ਪਰ ਅਗਲੇ ਵਰੇ ਪਲੇਗ ਫੇਰ ਤੋਂ ਬਹੁਤ ਭਿਅੰਕਰ ਰੂਪ ਲੈ ਕੇ ਫੈਲ ਗਿਆ। ਰਾਹਤ ਕਾਰਜਾਂ ਦੇ ਪ੍ਰਬੰਧਨ ਦਾ ਪ੍ਰਭਾਰ ਭੈਣ ਨਿਵੇਦਿਤਾ ਨੂੰ ਸੌਂਪ ਦਿੱਤਾ ਗਿਆ ਤੇ ਸਵਾਮੀ ਸਾਰਦਾਨੰਦ ਜੀ ਨੂੰ ਨੇਤ੍ਰਿਤਵ ਦਾ ਚਾਰਜ ਦਿੱਤਾ ਗਿਆ। ਰਾਹਤ ਕਾਰਜ ਕਰਨ ਵਾਲੇ ਸਾਧੂਆਂ ਦੀ ਸੇਵਾ ਅਤੇ ਸਭ ਕੁਝ ਨਿਛਾਵਰ ਕਰਨ ਦੀ ਭਾਵਨਾ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣੀ। ਸੰਨ 1900 ਵਿੱਚ ਕੁਝ ਯੁਵਾ ਸੇਵਕਾਂ ਨੇ ਕਾਸ਼ੀ ਵਿਖੇ ਬੇਸਹਾਰਾ ਵਿਧਵਾਵਾਂ ਲਈ ਸੇਵਾ ਦਾ ਕੰਮ ਸ਼ੁਰੂ ਕੀਤਾ। ਸਵਾਮੀ ਜੀ ਆਪ ਉਸ ਕੰਮ ਦਾ ਨਿਰੀਖਣ ਕਰਨ ਲਈ ਗਏ। ਉਹਨਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇਸ ਸੰਸਥਾ ਦਾ ਨਾਂ ਹੋਮ ਆਫ ਸਰਵਿਸ ਰੱਖਿਆ। ਸਵਾਮੀ ਕਲਿਆਣਾਨੰਦ ਜੀ ਅਤੇ ਸਵਾਮੀ ਨਿਸ਼ਚਯਾਨੰਦ ਜੀ ਹਰਿਦੁਆਰ ਵਿਖੇ ਬਿਮਾਰ ਸਾਧੂਆਂ ਦੀਆਂ ਝੌਂਪੜੀਆਂ ਵਿੱਚ ਉਹਨਾਂ ਦੀ ਸੇਵਾ ਕਰਨ ਗਏ। ਰਾਮਕ੍ਰਿਸ਼ਨ ਮਿਸ਼ਨ ਵੱਲੋਂ ਕੀਤੀ ਗਈ ਸੇਵਾ ਉੱਤਰ ਭਾਰਤ ਦੇ ਰੂੜੀਵਾਦੀ ਸਾਧੂਆਂ ਨੂੰ ਸਵੀਕਾਰ ਨਹੀਂ ਹੋਈ। ਉਹਨਾਂ ਨੇ ਵਿਰੋਧ ਕੀਤਾ, ਪਰ ਰਾਮਕ੍ਰਿਸ਼ਨ ਮਿਸ਼ਨ ਕਦੀ ਵੀ ਪਿੱਛੇ ਨਹੀਂ ਹਟਿਆ। ਉਹਨਾਂ ਨੇ ਬਿਮਾਰ ਸਾਧੂਆਂ ਅਤੇ ਬਜ਼ੁਰਗਾਂ ਦੀ ਸੇਵਾ ਜਾਰੀ ਰੱਖੀ। ਪਿੰਡ ਮਹੁਲਾ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਅਕਾਲ ਦੇ ਕਾਰਨ ਹੋਏ ਅਨਾਥ ਬੱਚਿਆਂ ਦੀ ਦੇਖਭਾਲ ਦਾ ਕੰਮ ਵੀ ਇਹਨਾਂ ਦੇ ਮੋਢਿਆਂ 'ਤੇ ਆ ਗਿਆ। ਸਵਾਮੀ ਅਖੰਡਾਨੰਦ ਜੀ ਨੇ ਖੁਸ਼ੀ-ਖੁਸ਼ੀ ਭਾਵੀ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ ਸਾਰਾਗਾਚੀ ਦੀ ਸਥਾਪਨਾ ਕੀਤੀ ਤੇ ਦੋਨੋਂ ਕੰਮਾਂ ਦਾ ਭਾਰ ਆਪਣੇ ਉੱਤੇ ਲੈ ਲਿਆ। 1897 ਦੇ ਆਖਿਰ ਵਿੱਚ ਉਹਨਾਂ ਨੇ ਇੱਕ ਅਨਾਥ ਆਸ਼ਰਮ ਨੂੰ ਸ਼ੈਕਸ਼ਨਿਕ, ਪਰਉਪਕਾਰੀ ਅਤੇ ਅਧਿਆਤਮਿਕ ਕਾਰਜਾਂ ਵਜੋਂ ਤਬਦੀਲ ਕਰ ਦਿੱਤਾ। ਰਾਮਕ੍ਰਿਸ਼ਨ ਮਿਸ਼ਨ ਦੀ ਪਹਿਲੀ ਸ਼ਾਖਾ ਦੀ ਸਥਾਪਨਾ ਹੋਈ। ਰਾਮਕ੍ਰਿਸ਼ਨ ਮਿਸ਼ਨ ਦੇ ਸਾਰੇ ਸਾਧੂਆਂ ਨੇ ਸਵਾਮੀ ਵਿਵੇਕਾਨੰਦ ਜੀ ਦੇ ਕਥਨ ਨੂੰ ਅਸੀਂ ਨਾ ਕੇਵਲ ਵੈਸ਼ਵਿਕ ਸਹਿਸ਼ਣੁਤਾ ਵਿੱਚ ਵਿਸ਼ਵਾਸ ਰੱਖਦੇ ਹਾਂ, ਪਰ ਅਸੀਂ ਸਾਰੇ ਧਰਮਾਂ ਨੂੰ ਸੱਚ ਮੰਨ ਕੇ ਉਹਨਾਂ ਦਾ ਮਾਣ ਕਰਦੇ ਹਾਂ, ਆਪਣੇ ਸੇਵਾ ਕਾਰਜਾਂ ਰਾਹੀਂ ਸੱਚ ਕਰਕੇ ਦਿਖਾਇਆ ਅਤੇ ਹਰ ਧਰਮ ਤੇ ਹਰ ਤਰ੍ਹਾਂ ਦੇ ਲੋਕਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ। ਰਾਮਕ੍ਰਿਸ਼ਨ ਮਿਸ਼ਨ ਨੂੰ ਅਨੇਕ ਲੋਕਾਂ ਨੇ ਧਰਮ ਅਤੇ ਜਾਤ-ਪਾਤ ਦੇ ਭੇਦਾਂ ਤੋਂ ਉੱਪਰ ਉੱਠ ਕੇ ਸਮਰਥਨ ਦਿੱਤਾ। ਆਲਮ ਬਾਜ਼ਾਰ ਦੇ ਮੱਠ ਦੇ ਵਿੱਚ ਜੂਨ 12, 1897 ਨੂੰ ਇੱਕ ਭੂਚਾਲ ਦੇ ਕਾਰਨ ਕਾਫੀ ਨੁਕਸਾਨ ਝੇਲਣਾ ਪਿਆ, ਜਿਹਨੂੰ ਕਿ ਹੁਣ ਮੁਰੰਮਤ ਦੀ ਲੋੜ ਸੀ। ਫੰਡਾਂ ਦੀ ਘਾਟ ਕਾਰਨ ਸਥਾਈ ਮੱਠ ਦੀ ਸਥਾਪਨਾ ਦੀ ਯੋਜਨਾ ਵਿੱਚ ਦੇਰ ਹੋ ਰਹੀ ਸੀ। 13 ਫਰਵਰੀ 1898 ਮੱਠ ਨੂੰ ਨੀਲਾਂਬਰ ਮੁਖਰਜੀ ਦੇ ਬਗੀਚੇ ਵਾਲੇ ਘਰ 48 ਬਾਬੂ ਸਾਹਰ ਰੋਡ ਤੋਂ ਸ਼ਿਫਟ ਕਰ ਦਿੱਤਾ, ਜਿਹੜਾ ਕਿ ਸਥਾਈ ਮੱਠ ਬਣਾਉਣ ਦੀ ਜ਼ਮੀਨ ਦੇ ਕਾਫੀ ਨੇੜੇ ਸੀ। 3 ਫਰਵਰੀ 1898 ਵਿੱਚ ਇਸ ਜ਼ਮੀਨ ਸੰਬੰਧੀ ਦਸਤਾਵੇਜ਼ ਤਿਆਰ ਕੀਤੇ ਗਏ। 4 ਮਾਰਚ 1898 ਨੂੰ ਸਵਾਮੀ ਜੀ ਦੇ ਬ੍ਰਿਟਿਸ਼ ਚਿਲੀਅਨ ਸ਼ਿਸ਼ਯ ਫ੍ਰਾਂਸਿਸ ਹੈਨਰੀਏਟਾ ਮੁਲਰ ਵੱਲੋਂ ਇਸ ਪਲਾਟ ਲਈ 39,000 ਰੁਪਏ ਦੀ ਸੇਵਾ ਕੀਤੀ ਗਈ। ਇਹ 7 ਏਕੜ ਦੀ ਜ਼ਮੀਨ ਨੀਲਾਂਬਰ ਬਾਬੂ ਦੇ ਬਗੀਚੇ ਵਾਲੇ ਘਰ ਦੇ ਉੱਤਰ ਵਿੱਚ ਇੱਕ ਫਰਲਾਂਗ 'ਤੇ ਸੀ। ਹਰੀ ਪ੍ਰਸੰਨਾ ਜੀ, ਜਿਹੜੇ ਕਿ ਬਾਅਦ ਵਿੱਚ ਸਵਾਮੀ ਵਿਗਿਆਨਾਨੰਦ ਜੀ ਹੋਏ, ਉਹਨਾਂ ਨੂੰ ਇਸ ਨਵੀਂ ਇਮਾਰਤ ਦੀ ਉਸਾਰੀ ਦੀ ਦੇਖਭਾਲ ਦਾ ਸਾਰਾ ਜ਼ਿੰਮਾ ਦਿੱਤਾ ਗਿਆ। ਇੱਕ ਮੰਜ਼ਿਲਾ ਮਕਾਨ ਵਿੱਚ ਉੱਤਰ ਪਾਸੇ 2 ਕਮਰੇ ਅਤੇ ਦੱਖਣ ਵਾਲੇ ਪਾਸੇ ਇੱਕ ਕਮਰੇ ਤੇ ਇਹਨਾਂ ਨੂੰ ਜੋੜਨ ਵਾਲਾ ਇੱਕ ਵਰਾਂਡਾ ਸੀ, ਜਿਹੜਾ ਗੰਗਾ ਵਾਲੇ ਪਾਸੇ ਖੁੱਲ੍ਹਦਾ ਸੀ। ਇਸ ਇਮਾਰਤ ਦੇ ਚਾਰੋਂ ਪਾਸੇ ਘਣੇ ਦਰਖਤ ਸਨ। ਇਹਨਾਂ ਦੇ ਵਿੱਚ ਇੱਕ ਅੰਬ ਦਾ ਪੇੜ ਵੀ ਸੀ, ਜਿਸ ਨੂੰ ਅੱਜ ਵੀ ਸਵਾਮੀ ਜੀ ਦਾ ਅੰਬ ਦਾ ਪੇੜ ਕਿਹਾ ਜਾਂਦਾ ਹੈ। ਸਵਾਮੀ ਜੀ ਦੇ ਮੰਦਿਰ ਦੇ ਉੱਤਰ ਪੱਛਮੀ ਹਿੱਸੇ ਦੇ ਦੱਖਣ ਦਿਸ਼ਾ ਵੱਲ ਦਿਓਦਾਰ ਦੇ 3 ਦਰਖਤ ਮੱਠ ਦੇ 125 ਸਾਲਾਂ ਦੇ ਇਤਿਹਾਸ ਦੀ ਗਵਾਹੀ ਦੇ ਰਹੇ ਹਨ। ਸਵਾਮੀ ਵਿਗਿਆਨਾਨੰਦ ਜੀ ਨੂੰ ਇਮਾਰਤ ਦੁਬਾਰਾ ਬਣਾਉਣ ਵਾਸਤੇ ਤੇ ਪੁਰਾਣੇ ਕਮਰਿਆਂ ਨਾਲ ਨਵੇਂ ਕਮਰੇ ਬਣਾਉਣ ਦਾ ਕੰਮ ਸੌਂਪਿਆ ਗਿਆ। ਇਸ ਕਮਰੇ ਵਿੱਚ ਸਵਾਮੀ ਜੀ ਨੇ ਆਪਣੇ ਜੀਵਨ ਦੇ ਕੁਝ ਆਖਰੀ ਸਾਲ ਬਿਤਾਏ। ਇੱਕ ਹੋਰ ਇਮਾਰਤ ਨਾਲ ਥੋੜ੍ਹੇ ਜਿਹੇ ਕਮਰੇ ਮੰਦਿਰ ਲਈ ਅਤੇ ਥੱਲੇ ਰਸੋਈ, ਸਟੋਰ ਅਤੇ ਲੰਗਰ ਹਾਲ ਲਈ ਮੱਠ ਨੂੰ ਸ਼ਿਫਟ ਕਰਨ ਤੋਂ ਪਹਿਲਾਂ ਬਣਾਇਆ ਗਿਆ। 1901 ਵਿੱਚ
ਬੇਲੂਰ ਮੱਠ ਨੇ ਪਹਿਲੀ ਵਾਰ ਦੁਰਗਾ ਪੂਜਾ ਦਾ ਤਿਉਹਾਰ ਮਨਾਇਆ। ਸਵਾਮੀ ਬ੍ਰਹਮਾਨੰਦ ਜੀ ਨੂੰ ਦੁਰਗਾ ਪੂਜਾ ਤੋਂ 4-5 ਦਿਨ ਪਹਿਲਾਂ ਸੁਪਨਾ ਆਇਆ ਕਿ ਮਾਂ ਦੁਰਗਾ ਦਕਸ਼ਿਨੇਸ਼ਵਰ ਵੱਲੋਂ ਗੰਗਾ ਜੀ ਨੂੰ ਪਾਰ ਕਰਕੇ ਬੇਲੂਰ ਮੱਠ ਵਿੱਚ ਆ ਰਹੇ ਹਨ। ਦੇਵੀ ਦੁਰਗਾ ਦੀ ਪੂਜਾ ਗ੍ਰੰਥਾਂ ਵਿੱਚ ਵਰਣਿਤ ਨਿਯਮ ਅਨੁਸਾਰ ਕੀਤੀ ਗਈ। ਗਰੀਬ ਲੋਕਾਂ ਨੂੰ ਪੂਜਾ ਦੇ ਸਾਰੇ ਦਿਨਾਂ 'ਚ ਰੱਜ ਕੇ ਭੋਜਨ ਕਰਾਇਆ ਗਿਆ। ਇਹਦਾ ਨਤੀਜਾ ਇਹ ਨਿਕਲਿਆ ਕਿ ਉਸ ਵੇਲੇ ਦੇ ਰੂੜੀਵਾਦੀ ਹਿੰਦੂ ਸਮਾਜ ਦੇ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਬੇਲੂਰ ਮੱਠ ਵਿੱਚ ਰਹਿੰਦੇ ਸੰਨਿਆਸੀ ਪੱਕੇ ਹਿੰਦੂ ਸਨ। ਉਸ ਸਾਲ ਲਕਸ਼ਮੀ ਪੂਜਾ ਤੇ ਕਾਲੀ ਪੂਜਾ ਵੀ ਮਨਾਈ ਗਈ ਤੇ ਰਿਵਾਜ ਮੁਤਾਬਿਕ ਅੱਜ ਤੱਕ ਵੀ ਮਨਾਈ ਜਾਂਦੀ ਹੈ। 1899 ਵਿੱਚ ਬੇਲੂਰ ਮੱਠ ਵਿਖੇ ਪਹਿਲੀ ਵਾਰੀ ਸ਼੍ਰੀ ਰਾਮਕ੍ਰਿਸ਼ਨ ਜੀ ਦਾ ਜਨਮ ਦਿਵਸ ਮਨਾਇਆ ਗਿਆ। ਦਕਸ਼ਿਨੇਸ਼ਵਰ ਮੰਦਿਰ ਵਿਖੇ 1881 ਵਿੱਚ ਇਸ ਸ਼ੁਭ ਦਿਵਸ ਨੂੰ ਉਹਨਾਂ ਦੇ ਕੁਝ ਸ਼ਿਸ਼ਿਆਂ ਵੱਲੋਂ ਮਨਾਉਣ ਦੀ ਪ੍ਰਥਾ ਸ਼ੁਰੂ ਕੀਤੀ ਗਈ ਸੀ। 1897 ਵਿੱਚ ਸਵਾਮੀ ਯੋਗਾਨੰਦ ਜੀ ਨੇ ਇੱਕ ਹਵਨ ਅਤੇ ਪ੍ਰਾਰਥਨਾ ਸ਼੍ਰੀ ਮਾਂ ਦੇ ਜਨਮ ਤਿਥੀ ਵਾਲੇ ਦਿਨ ਆਯੋਜਿਤ ਕੀਤੀ। ਉਸ ਤੋਂ ਬਾਅਦ 1920 ਵਿੱਚ ਜਦੋਂ ਸ਼੍ਰੀ ਮਾਂ ਸਰੀਰ ਛੱਡ ਕੇ ਚਲੇ ਗਏ ਤਾਂ ਬੇਲੂਰ ਮੱਠ ਅਤੇ ਸ਼੍ਰੀ ਮਾਂ ਦੇ ਘਰ ਬਾਗ ਬਾਜ਼ਾਰ ਵਿਖੇ ਇਹ ਤਿਉਹਾਰ ਹਰ ਸਾਲ ਮਨਾਇਆ ਜਾਣ ਲੱਗਿਆ। 1921 ਵਿੱਚ ਇਸ ਸ਼ੁਭ ਦਿਵਸ ਨੂੰ ਬੇਲੂਰ ਮੱਠ ਦੇ ਅੰਦਰ ਸਾਰਦਾ ਦੇਵੀ ਦੇ ਮੰਦਿਰ ਦਾ ਉਦਘਾਟਨ ਕੀਤਾ ਗਿਆ। 4 ਜੁਲਾਈ 1902 ਨੂੰ ਸਵਾਮੀ ਜੀ ਆਪਣੀ ਦਿਨਚਰਿਆ ਦੀਆਂ ਸਾਰੀਆਂ ਗਤੀਵਿਧੀਆਂ ਤੋਂ ਬਾਅਦ ਸ਼ਾਮ ਨੂੰ ਧਿਆਨ ਲਈ ਬੈਠ ਗਏ ਅਤੇ ਸਮਾਧੀ ਵਿੱਚ ਲੀਨ ਹੋ ਗਏ। 20 ਜਨਵਰੀ 1903 ਨੂੰ ਸਵਾਮੀ ਜੀ ਦਾ ਜਨਮ ਦਿਵਸ ਪਹਿਲੀ ਵਾਰੀ ਬੇਲੂਰ ਮੱਠ ਵਿੱਚ ਮਨਾਇਆ ਗਿਆ ਸੀ। 5 ਫਰਵਰੀ 1905 ਨੂੰ ਕਲਕੱਤੇ ਦੀ ਵਿਵੇਕਾਨੰਦ ਸੁਸਾਇਟੀ ਨੇ ਬੇਲੂਰ ਮੱਠ ਦੇ ਮੈਦਾਨ ਵਿਖੇ ਭਾਰੀ ਮੀਟਿੰਗ ਦਾ ਆਯੋਜਨ ਕੀਤਾ, ਜਿਹਦੇ ਮੁੱਖ ਪ੍ਰਵਚਨਕਰਤਾ ਰਬਿੰਦਰਨਾਥ ਟੈਗੋਰ ਸਨ। ਤਿਉਹਾਰ ਦੇ ਦਿਨਾਂ ਵਿੱਚ ਖਾਸ ਕਰ ਦੁਰਗਾ ਪੂਜਾ, ਕਾਲੀ ਪੂਜਾ, ਸ਼੍ਰੀ ਰਾਮ ਕ੍ਰਿਸ਼ਨ, ਸ਼੍ਰੀ ਮਾਂ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਤੇ ਬੇਲੂਰ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਦੀਆਂ ਸਾਰੀਆਂ ਸ਼ਾਖਾਵਾਂ ਵੱਡੀ ਸੰਖਿਆ ਵਿੱਚ ਕੇਂਦਰਾਂ ਦੁਆਰਾ ਖਾਸ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਰਾਮਕ੍ਰਿਸ਼ਨ ਮੱਠ ਅਤੇ ਮਿਸ਼ਨ ਵੱਲੋਂ ਸੇਵਾਵਾਂ, ਵਿਚਾਰ ਵਟਾਂਦਰਾ ਅਤੇ ਭਾਸ਼ਣ ਸਾਧੂਆਂ ਵੱਲੋਂ ਆਧਿਆਤਮਿਕ ਵਿਸ਼ਿਆਂ 'ਤੇ ਦਿੱਤੇ ਜਾਂਦੇ ਹਨ। ਸ਼ਰਧਾਲੂਆਂ ਲਈ ਧਾਰਮਿਕ ਗਠਨ ਅਤੇ ਸਮਾਗਮ ਸਾਰੇ ਕੇਂਦਰਾਂ 'ਤੇ ਕੀਤੇ ਜਾਂਦੇ ਹਨ। ਕਈ ਸ਼ਾਖਾਵਾਂ ਵੱਲੋਂ ਯੁਵਾਵਾਂ ਲਈ ਮਨੋਰੰਜਕ, ਧਾਰਮਿਕ ਅਤੇ ਸੇਵਾ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ। ਸ਼੍ਰੀ ਰਾਮਕ੍ਰਿਸ਼ਨ, ਸ਼੍ਰੀ ਮਾਂ, ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ, ਵੇਦਾਂਤ, ਧਾਰਮਿਕ ਅਤੇ ਦੁਨੀਆ ਦੇ ਅਨੇਕਾਂ ਧਰਮਾਂ 'ਤੇ ਆਧਾਰਿਤ ਕਿਤਾਬਾਂ, 18 ਪਬਲੀਕੇਸ਼ਨਸ ਕੇਂਦਰ ਵੱਲੋਂ ਭਾਰਤ ਦੀਆਂ ਮੁੱਖ ਭਾਸ਼ਾਵਾਂ ਅਤੇ ਦੂਜੇ ਦੇਸ਼ਾਂ ਦੀਆਂ ਭਾਸ਼ਾਵਾਂ ਵਿੱਚ ਛਪੀਆਂ ਕਿਤਾਬਾਂ ਧਾਰਮਿਕ ਜਿਗਿਆਸੂਆਂ ਦੀਆਂ ਬਹੁਤ ਸਹਾਇਤਾ ਕਰਦੀਆਂ ਹਨ। ਸਾਰੀਆਂ ਸ਼ਾਖਾਵਾਂ ਵਿੱਚ ਤਿਉਹਾਰ ਦੇ ਦਿਨਾਂ 'ਚ ਸਾਰੇ ਸ਼ਰਧਾਲੂ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਸਾਰੇ ਤਿਉਹਾਰਾਂ 'ਤੇ ਖਿਚੜੀ ਦਾ ਪ੍ਰਸਾਦ ਜ਼ਰੂਰ ਵੰਡਿਆ ਜਾਂਦਾ ਹੈ। ਸਾਧੂ ਇਹ ਨਿਸ਼ਚਿਤ ਕਰਦੇ ਹਨ ਕਿ ਕੋਈ ਵੀ ਖਿਚੜੀ ਪ੍ਰਸ਼ਾਦ ਗ੍ਰਹਿਣ ਕੀਤੇ ਬਿਨਾਂ ਨਾ ਜਾਵੇ। ਵੱਡੀ ਸੰਖਿਆ ਵਾਸਤੇ ਪ੍ਰਸ਼ਾਦ ਤਿਆਰ ਕਰਨ ਲਈ ਮਿਸ਼ਨ ਦੇ ਰਸੋਈ ਘਰ ਵਿੱਚ ਸਾਰੇ ਆਧੁਨਿਕ ਉਪਕਰਨ ਉਪਲਬਧ ਹੁੰਦੇ ਹਨ। ਖਿਚੜੀ ਬਿਕਮ ਅ ਭੋਗ। ਰਾਮਕ੍ਰਿਸ਼ਨ ਮਿਸ਼ਨ ਵਿਖੇ ਦਿੱਤੇ ਜਾਣ ਵਾਲੇ ਖਿਚੜੀ ਪ੍ਰਸ਼ਾਦ ਦਾ ਕੋਈ ਮੇਲ ਨਹੀਂ ਹੈ। ਵਾਸਤਵ ਵਿੱਚ ਮੱਠ ਦੇ ਪਵਿੱਤਰ ਵਾਤਾਵਰਣ ਦਾ ਖਿਚੜੀ ਦੇ ਸਵਾਦ ਤੇ ਡੂੰਘਾ ਅਸਰ ਪੈਂਦਾ ਹੈ। ਭਾਵੇਂ ਅਮੀਰ ਹੋਵੇ ਜਾਂ ਗਰੀਬ, ਸਾਰੇ ਲੋਕੀ ਇਕੱਠੇ ਪ੍ਰਸਾਦ ਪ੍ਰਾਪਤ ਕਰਦੇ ਹਨ। ਸੇਵਾ ਅਤੇ ਭਗਤੀ ਦੀ ਭਾਵਨਾ ਇਸ ਘਰ ਵਿੱਚ ਬਿਜੋੜ ਹੈ। ਖਿਚੜੀ ਦੇ ਨਾਲ ਨਾਲ ਪਾਇਸ, ਖੀਰ ਦਾ ਪ੍ਰਸਾਦ ਤੇ ਸਵਾਦ ਵੀ ਅਦਭੁਤ ਅਸਰ ਪੈਂਦਾ ਹੈ। ਇਸ ਤਰ੍ਹਾਂ ਰਾਮਕ੍ਰਿਸ਼ਨ ਮਿਸ਼ਨ ਦੀ ਪਹਿਲੀ ਸ਼ਾਖਾ ਦੀ ਸਥਾਪਨਾ ਹੋਈ। 1902 ਨੂੰ ਸਮਾਧੀ ਤੋਂ ਕੁਝ ਘੰਟਿਆਂ ਪਹਿਲਾਂ ਹੀ ਸਵਾਮੀ ਜੀ ਨੇ ਬੇਲੂਰ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਵਿੱਚ ਵੈਦਿਕ ਸਿੱਖਿਆ ਦੀ ਸ਼ੁਰੂਆਤ ਦੀ ਇੱਛਾ ਪ੍ਰਗਟ ਕੀਤੀ ਸੀ।
ਇਸ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਵੇਦ ਵਿਦਿਆਲੇ 1993 ਵਿੱਚ ਬੇਲੂਰ ਮੱਠ 'ਚ ਸਥਾਪਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਸਕੂਲ ਤੋਂ ਹੀ ਵੈਦਿਕ ਗਿਆਨ ਦਿੱਤਾ ਜਾਣ ਲੱਗ ਪਿਆ। ਪ੍ਰਾਚੀਨ ਸਮੇਂ ਵਿੱਚ ਜਿਸ ਤਰ੍ਹਾਂ ਗੁਰੂਕੁਲ ਵਿੱਚ ਹੁੰਦਾ ਸੀ, ਇਹ ਵਿਦਿਆਲੇ ਪੂਰੀ ਤਰ੍ਹਾਂ ਰਿਹਾਇਸ਼ੀ ਹਨ ਤੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਦੇ ਹਨ। ਇੱਥੇ ਅਨੇਕ ਵਿਸ਼ੇ ਪੜ੍ਹਾਏ ਜਾਂਦੇ ਹਨ, ਜਿਨ੍ਹਾਂ ਵਿੱਚ ਵਿਆਕਰਨ, ਕਵਿਤਾ, ਭਾਸ਼ਾ ਦਾ ਭੇਦ, ਅਧਿਆਤਮ, ਦਰਸ਼ਨ ਸ਼ਾਸਤਰ, ਵਿਗਿਆਨ ਅਤੇ ਅੰਗਰੇਜ਼ੀ ਹਨ। Swami Vivekananda established the mission in 1897. In 1902, after 5 years of its establishment, he passed away. So naturally, one may wonder, is this the same Ramakrishna mission which has traversed long 120 years? After Swami ਸਵਾਮੀ ਵਿਵੇਕਾਨੰਦ ਨੇ 1897 ਵਿੱਚ ਇਸ ਮਿਸ਼ਨ ਨੂੰ ਸਥਾਪਿਤ ਕੀਤਾ ਅਤੇ 5 ਵਰ੍ਹਿਆਂ ਬਾਅਦ ਹੀ 1902 ਨੂੰ ਸਮਾਧਿਸਥ ਹੋ ਗਏ। ਇਹ ਸੁਭਾਵਿਕ ਹੈ ਕਿ ਲੋਕ ਸੋਚ ਸਕਦੇ ਹਨ ਕਿ 120 ਸਾਲਾਂ ਬਾਅਦ ਵੀ ਇਹ ਉਹੀ ਰਾਮਾਕ੍ਰਿਸ਼ਨ ਮਿਸ਼ਨ ਹੈ। ਸਿਧਾਂਤਿਕ ਤੌਰ ਤੇ ਅਸੀਂ ਬਿਲਕੁਲ ਨਹੀਂ ਬਦਲੇ। ਅਸੀਂ ਪਹਿਲਿਆਂ ਵਾਂਗ ਹੀ ਆਪਣੀ ਸੇਵਾਵਾਂ ਦੇ ਰਹੇ ਹਾਂ, ਪਰ ਬਾਹਰੀ ਤੌਰ ਤੇ ਅਸੀਂ ਲੋਕੀ ਬਦਲ ਗਏ ਹਾਂ। ਇਹ ਬਦਲਾਅ ਚੰਗੇ ਲਈ ਹੀ ਹੈ। 125 ਸਾਲ ਵਿੱਚ ਅਸੀਂ ਗਿਣਤੀ, ਆਕਾਰ ਅਤੇ ਸੇਵਾ ਵਿੱਚ ਵੱਧ ਗਏ ਹਾਂ। ਰਾਮਾਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਦੇ ਨਾਲ ਹੀ ਉਹਨਾਂ ਨੇ ਸਾਧੂਆਂ ਦੇ ਮਾਰਗਦਰਸ਼ਨ ਲਈ ਨਿਯਮ ਵੀ ਬਣਾ ਦਿੱਤੇ ਸਨ, ਜਿਹੜੇ ਕਿ ਸੰਸਥਾ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਵਾਸਤੇ ਤੇ ਰਾਮਾਕ੍ਰਿਸ਼ਨ ਅਤੇ ਸਵਾਮੀ ਵਿਵੇਕਾਨੰਦ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਦਿਸ਼ਾ ਨਿਰਦੇਸ਼ ਦਿੰਦੇ ਹਨ। ਰਾਮਕ੍ਰਿਸ਼ਨ ਮਿਸ਼ਨ ਦਿੱਲੀ ਦਾ ਇਹ ਬੜਾ ਅੱਛਾ ਸੌਭਾਗਯ ਹੈ ਕਿ ਇੱਥੇ ਬੜੇ ਵੱਡੇ ਸੰਤ ਸਵਾਮੀ ਰੰਗਾਨਾਥਾਨੰਦ ਜੀ, ਸਵਾਮੀ ਬੁੱਧਾਨੰਦ ਜੀ ਇੱਥੇ ਰਹੇ ਹੈ। ਅੱਜ ਜਦੋਂ ਮੈਂ ਪਿਛਲੇ 50 ਸਾਲ ਪਹਿਲੇ ਮੁੜ ਕੇ ਦੇਖਦਾ ਵਾਂ, ਬਹੁਤ ਹੀ ਧੰਨ ਫੀਲ ਕਰਦਾ ਵਾਂ ਕਿ ਮੈਂ ਰਾਮਕ੍ਰਿਸ਼ਨ ਮਿਸ਼ਨ ਔਰ ਵਿਵੇਕਾਨੰਦ ਵਿਚਾਰਧਾਰਾ ਦੇ ਸੰਪਰਕ ਵਿੱਚ ਆਇਆ। ਸ਼ਿਵ ਭਾਵ ਨਾਲ ਜੀਵ ਦੀ ਸੇਵਾ, ਨਿਸਵਾਰਥ ਸੇਵਾ, ਸਾਰੇ ਧਰਮਾਂ ਦਾ ਸਨਮਾਨ ਔਰ ਉਸ ਤੋਂ ਬਾਅਦ ਆਪਣੀ ਅਧਿਆਤਮਿਕ ਉન્નਤੀ। तो ਅਸੀਂ ਐਸੀ ਭਾਵ ਦੇ ਨਾਲ ਦਿੱਲੀ ਆਸ਼ਰਮ ਦੀ ਬਹੁਤ ਸਾਰੀ ਐਕਟੀਵਿਟੀਜ਼ ਰੱਖੀਆਂ ਹੋਈਆਂ। ਪੂਰੇ ਦਿੱਲੀ ਨੂੰ ਅਸੀਂ 80 ਸੈਂਟਰ ਬਣਾਏ ਹੋਏ ਹੈ, ਜਿੱਥੇ ਹਰ ਹਫਤੇ ਜਾਂ 15 ਦਿਨਾਂ ਵਿੱਚ ਕਥਾ ਅੰਮ੍ਰਿਤ ਦਾ ਪਾਠ, ਜਿਹਦੇ ਵਿੱਚ ਰਾਮਕ੍ਰਿਸ਼ਨ ਪਰਮਹੰਸ ਜੀ ਦੇ ਬੋਲੇ ਹੋਏ ਸ਼ਬਦ ਸਾਰੇ ਪੜ੍ਹਦੇ ਨੇ ਤੇ ਨਾਲ ਉਹਨਾਂ ਦੇ ਉੱਪਰ ਮਨਨ ਕਰਦੇ ਨੇ। ਐਸੀ ਤਰ੍ਹਾਂ ਇਹ ਸਿਰਫ ਦਿੱਲੀ ਹੀ ਨਹੀਂ, ਦਿੱਲੀ ਦੇ ਆਸ-ਪਾਸ ਗੁੜਗਾਵਾਂ, ਨੋਇਡਾ ਔਰ ਗਾਜ਼ੀਆਬਾਦ ਤੱਕ ਇਹ ਸਾਰੇ ਸੈਂਟਰ ਦਿੱਲੀ ਸੈਂਟਰ ਤੋਂ ਹੀ ਕੰਟਰੋਲ ਹੁੰਦੇ ਨੇ। ਐਸੀ ਤਰ੍ਹਾਂ ਜਿਹੜੇ ਸਾਰੇ ਲੋਕੀ ਦੁਨੀਆ ਦੇ ਸੰਤਾਪ ਤੋਂ ਭਰੇ ਹੋਏ, ਸਾਲ ਵਿੱਚ 2 ਵਾਰੀ ਅਸੀਂ ਅਧਿਆਤਮਿਕ ਰਿਟਰੀਟ ਦਿੱਲੀ ਤੋਂ ਕੁਛ ਦੂਰ ਅਸੀਂ ਆਪਣੇ ਆਸ਼ਰਮਾਂ ਵਿੱਚ ਜਾਂ ਕਿਸੇ ਸ਼ਾਂਤ ਜਗ੍ਹਾ ਤੇ 5 ਜਾਂ 6 ਦਿਨਾਂ ਵਾਸਤੇ ਸਾਡੇ ਦਿੱਲੀ ਸੇ ਸੈਕਟਰੀ ਮਹਾਰਾਜ ਨਾਲ ਜਾਂਦੇ ਨੇ। ਐਸੀ ਤਰ੍ਹਾਂ ਦਿੱਲੀ ਆਸ਼ਰਮ ਇੱਕ ਟੀਬੀ ਹਸਪੀਟਲ ਵੀ ਚਲਾਉਂਦਾ ਹੈ, ਜਿੱਥੇ ਕਿ ਗਰੀਬ ਲੋਕਾਂ ਨੂੰ ਜਿਹੜੇ ਟੀਬੀ ਤੋਂ ਪੀੜਿਤ ਹੈਗੇ ਹੈ ਉਹਨਾਂ ਨੂੰ ਸਾਰੀ ਨਿਸ਼ੁਲਕ ਸਹਾਇਤਾ ਦਿੱਤੀ ਜਾਂਦੀ ਹੈ। The Ramakrishna Mission Delhi was started in the year 1927. We shifted to the present premises in 1931. The mission undertakes several activities in the areas of education, medical service, service to the poor, etc. Amongst other activities, in particular, I would like to tell the viewers ਰਾਮਕ੍ਰਿਸ਼ਨ ਮਿਸ਼ਨ ਦਿੱਲੀ 1927 ਵਿੱਚ ਆਰੰਭ ਹੋਇਆ ਅਤੇ 1931 ਵਿੱਚ ਮੌਜੂਦਾ ਜ਼ਮੀਨ ਤੇ ਸ਼ਿਫਟ ਕੀਤਾ ਗਿਆ ਸੀ। ਮਿਸ਼ਨ ਅਧਿਆਤਮਿਕ, ਸ਼ੈਕਸ਼ਨਿਕ ਅਤੇ ਚਿਕਿਤਸਾ ਸੇਵਾਵਾਂ ਤੋਂ ਇਲਾਵਾ ਪਿਛੜੇ ਵਰਗ ਵਾਸਤੇ ਵੀ ਕਈ ਕੰਮ ਕਰਦਾ ਹੈ। ਮੈਂ ਖਾਸ ਕਰਕੇ ਆਪ ਸਭ ਨੂੰ ਸਾਡੇ ਨੈਤਿਕ ਸਿੱਖਿਆ ਕਾਰਜਕ੍ਰਮ ਦੇ ਬਾਰੇ ਦੱਸਣਾ ਚਾਹੁੰਦਾ ਹਾਂ, ਜੋ ਕਿ ਪੂਰੇ ਦੇਸ਼ ਵਿੱਚ ਅਵੇਕਨਡ ਸਿਟੀਜ਼ਨ ਪ੍ਰੋਗਰਾਮ ਦੇ ਨਾਂ ਤੋਂ ਚਲਾਇਆ ਜਾਂਦਾ ਹੈ। ਇਸ ਪ੍ਰੋਗਰਾਮ ਦੇ ਅੰਤਰਗਤ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ 6000 ਸਕੂਲਾਂ ਵਿੱਚ 40000 ਤੋਂ ਵੱਧ
ਟੀਚਰਸ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਇਸ ਪ੍ਰੋਗਰਾਮ ਨੇ ਲਗਭਗ 12 ਲੱਖ ਬੱਚਿਆਂ ਦੇ ਜੀਵਨ ਨੂੰ ਵਿਸ਼ੇਸ਼ ਰੂਪ ਨਾਲ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਅਸੀਂ ਸਮਾਜਿਕ ਕਲਿਆਣ ਵਾਸਤੇ ਵੀ ਕਈ ਪ੍ਰੋਗਰਾਮ ਚਲਾਉਂਦੇ ਹਾਂ, ਜਿਵੇਂ ਕਿ ਗਦਾਧਰ ਪ੍ਰਕਲਪ ਅਤੇ ਨਿਸ਼ੁਲਕ ਕੋਚਿੰਗ ਸੈਂਟਰ ਇਤਿਆਦਿ। ਰਾਮਕ੍ਰਿਸ਼ਨ ਮਿਸ਼ਨ ਦਾ ਦਿੱਲੀ ਸੈਂਟਰ ਸਮਾਜਿਕ ਅਤੇ ਅਧਿਆਤਮਿਕ ਗਤੀਵਿਧੀਆਂ ਦਾ ਇੱਕ ਸਕ੍ਰਿय ਕੇਂਦਰ ਹੈ। ਮੰਦਿਰ ਦਾ ਮੂਹਰ ਬੁੱਧ ਦੇ ਸਾਂਚੀ ਸਤੂਪ ਵਰਗਾ ਹੈ ਅਤੇ ਮੁੱਖ ਦੁਆਰ ਅਜੰਤਾ ਦੀ ਗੁਫਾਵਾਂ ਵਰਗਾ ਹੈ। ਮੁੱਖ ਦੁਆਰ ਦੇ ਉੱਪਰ ਦੱਖਣੀ ਭਾਰਤ ਦੇ ਹਿੰਦੂ ਮੰਦਿਰਾਂ ਵਰਗੀਆਂ ਉੱਚੀਆਂ ਮੀਨਾਰਾਂ ਹਨ। ਖਿੜਕੀਆਂ ਅਤੇ ਗਲਿਆਰੇ ਉੱਤਰੀ ਭਾਰਤ ਦੇ ਰਾਜਪੂਤ ਅਤੇ ਮੁਗਲ ਅੰਦਾਜ਼ ਵਿੱਚ ਬਣਾਏ ਗਏ ਹਨ। ਮੱਧ ਦੇ ਗੁੰਬਦ ਦੀ ਬਣਾਵਟ ਡੂਮੋ ਆਫ ਫਲੋਰੈਂਸ ਕੈਥੇਡਰਲ ਤੋਂ ਪ੍ਰੇਰਿਤ ਹੈ। ਮੰਦਿਰ ਦਾ ਮੁੱਖ ਭਾਗ ਬੇਹੱਦ ਸ਼ਾਂਤ ਅਤੇ ਪਵਿੱਤਰ ਹੈ, ਜਿਸ ਵਿੱਚ ਕੋਈ ਵੀ ਭਾਰੀ ਸਜਾਵਟ ਨਹੀਂ ਕੀਤੀ ਗਈ, ਜੋ ਕਿ ਸ਼੍ਰੀ ਰਾਮਕ੍ਰਿਸ਼ਨ ਜੀ ਦੇ ਆਦਰਸ਼ਾਂ ਨੂੰ ਦਰਸਾਉਂਦੀ ਹੈ। ਸਫੇਦ ਸੰਗਮਰਮਰ ਦੇ ਬਣੇ ਹੋਏ ਕਮਲ ਦੇ ਫੁੱਲ ਉੱਤੇ ਉਹਨਾਂ ਦੀ ਮੂਰਤੀ ਸਥਾਪਿਤ ਹੈ। ਇਸ ਮੰਦਿਰ ਨੂੰ ਸੰਗਮਰਮਰ 'ਚ ਤਰਾਸ਼ਿਆ ਹੋਇਆ ਸੰਗੀਤ ਕਿਹਾ ਜਾਂਦਾ ਹੈ। ਸਾਹਮਣੇ ਦੇ ਭਾਗ, ਸੱਜੇ, ਖੱਬੇ ਅਤੇ ਉੱਤੇ ਦੇ ਭਾਗ ਵਿੱਚ ਹੰਸਾਂ ਦੀਆਂ ਆਕ੍ਰਿਤੀਆਂ ਬਣੀਆਂ ਹੋਈਆਂ ਹਨ, ਜਿਹੜੇ ਕਿ ਮਸ਼ਹੂਰ ਕਲਾਕਾਰ ਨੰਦ ਲਾਲ ਬੋਸ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਹਨ। ਮੰਦਿਰ ਦੀ ਸਥਾਪਨਾ ਦਾ ਨੀਂਹ ਪੱਥਰ ਸ਼੍ਰੀ ਰਾਮਕ੍ਰਿਸ਼ਨ ਜੀ ਦੇ ਜਨਮ ਦਿਵਸ ਮਾਰਚ 13, 1926 ਨੂੰ ਸਵਾਮੀ ਸ਼ਿਵਨੰਦਾ ਦੁਆਰਾ ਰੱਖਿਆ ਗਿਆ ਸੀ। ਫੰਡਾਂ ਦੀ ਘਾਟ ਕਾਰਨ ਨਿਰਮਾਣ ਕਾਰਜ ਰੁਕ ਗਿਆ ਸੀ। 5 ਸਾਲਾਂ ਬਾਅਦ ਮਿਸ ਹੈਲਨ ਰੂਬਿਲ, ਮਿਸਿਸ ਐਨੇ ਵੋਰਸੈਸਟਰ, ਜਿਨ੍ਹਾਂ ਨੂੰ ਮੱਠ ਵਿੱਚ ਭਗਤੀ ਅਤੇ ਅੰਨਪੂਰਨਾ ਕਿਹਾ ਜਾਂਦਾ ਸੀ, ਵੱਲੋਂ ਧਨ ਦੀ ਕਾਫੀ ਸੇਵਾ ਕੀਤੀ ਗਈ। ਇਹ ਮੰਦਿਰ 14 ਜਨਵਰੀ 1938 ਨੂੰ ਖੋਲ੍ਹ ਦਿੱਤਾ ਗਿਆ। ਸਵਾਮੀ ਵਿਗਿਆਨਾਨੰਦ ਜੀ, ਜੋ ਕਿ ਉਸ ਵੇਲੇ ਪ੍ਰੈਜ਼ੀਡੈਂਟ ਸਨ, ਆਪ ਹੀ ਪੁਰਾਣੇ ਮੰਦਿਰ ਤੋਂ ਠਾਕੁਰ ਜੀ ਦੀਆਂ ਪਵਿੱਤਰ ਅਸਥੀਆਂ ਦੇ ਕਲਸ਼ ਨੂੰ ਲੈ ਕੇ ਆਏ ਅਤੇ ਇੱਥੇ ਸਥਾਪਿਤ ਕੀਤਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਅਣਗਿਣਤ ਲੋਕ ਮੰਦਿਰ ਵਿਖੇ ਹਰ ਰੋਜ਼ ਆਪਣੇ ਦਰਦ ਤੇ ਮੁਸ਼ਕਿਲਾਂ ਸ਼੍ਰੀ ਰਾਮਕ੍ਰਿਸ਼ਨ ਜੀ ਨਾਲ ਸਾਂਝੀਆਂ ਕਰਦੇ ਹਨ ਅਤੇ ਉਹਨਾਂ ਦੇ ਆਸ਼ੀਰਵਾਦ ਪ੍ਰਾप्त ਕਰਦੇ ਹਨ। आणि इथे येऊन मला खूप शांत वाटते आहे, सुख शांती समाधान वाटते आहे। रामकृष्ण मिशन আমার কাছে আশ্রয়। रामकृष्ण मिशन हमरा लेल भगवान, माता पिता এবং संसार सब कुछ हमरा लेल। இந்த இடம் ரொம்ப அமைதியாகவும் ரொம்ப மனசுக்கு நிம்மதியாகவும் இருக்கு। It's a ray of light where we get knowledge as well as wisdom। ਉਹ ਆਪਣੇ ਘਰ ਵਾਪਸ ਸ਼ਾਂਤ, ਪ੍ਰੇਰਿਤ ਅਤੇ ਮਨ ਦੀ ਦ੍ਰਿੜਤਾ ਨਾਲ ਵਾਪਸ ਪਰਤਦੇ ਹਨ। ਬੇਲੂਰ ਮੱਠ ਵਿਖੇ ਸਾਰੇ ਸਾਧੂ ਅਤੇ ਸ਼ਰਧਾਲੂ ਨਾਟ ਮੰਦਿਰ ਵਿੱਚ ਘੰਟੀਆਂ ਵੱਜਣ ਦੀ ਆਵਾਜ਼ ਅਤੇ ਸ਼ੰਖਨਾਦ ਵਿਖੇ ਸੰਧਿਆ ਵੇਲੇ ਸ਼੍ਰੀ ਰਾਮਕ੍ਰਿਸ਼ਨ ਜੀ ਦੀ ਪਵਿੱਤਰ ਆਰਤੀ ਵਿੱਚ ਸ਼ਾਮਿਲ ਹੁੰਦੇ ਹਨ। ਇਸ ਪਵਿੱਤਰ ਆਰਤੀ ਦੇ ਬੋਲ ਖੰਡਨ ਭਵ ਬੰਧਨ, ਇਹ ਸ਼ਬਦ ਵਗਦੀ ਗੰਗਾ ਦੀ ਹਵਾਵਾਂ ਨਾਲ ਗੰਗਾ ਜੀ ਦੇ ਵਕਸ਼ ਤੋਂ ਟਕਰਾ ਕੇ ਦੂਰ ਤੱਕ ਫੈਲ ਜਾਂਦੇ ਹਨ। ਇਸ ਆਰਤੀ ਦੀ ਰਚਨਾ ਸਵਾਮੀ ਜੀ ਨੇ ਆਪ ਕੀਤੀ ਅਤੇ ਪਹਿਲੀ ਵਾਰ 1898 ਵਿੱਚ ਠਾਕੁਰ ਜੀ ਦੇ ਜਨਮ ਦਿਵਸ ਤੇ ਸੰਧਿਆ ਆਰਤੀ ਵੇਲੇ ਗਾਈ। If it is pure Yaman, only that scale. ਇਹ ਆਰਤੀ ਕੇਵਲ ਸ਼ੁੱਧ ਯਮਨ ਰਾਗ, ਉੱਤਰ ਅਤੇ ਦੱਖਣ ਭਾਰਤੀ ਰਾਗਾਂ ਤੇ ਤਾਲਾਂ ਤੇ ਆਧਾਰਿਤ ਨਹੀਂ ਹੈ। ਇਹ ਇੱਕ ਬੜਾ ਹੀ ਅਦਭੁਤ ਮਿਸ਼ਰਣ ਹੈ। ਅੱਜ ਕੱਲ੍ਹ ਦੇ ਆਧੁਨਿਕ ਅਤੇ ਪੱਛਮੀ ਸੰਗੀਤ ਦੀ ਤਰ੍ਹਾਂ ਇਹਦੇ ਵਿੱਚ ਸੁਰਾਂ ਨੂੰ ਬੜੇ ਸੁੰਦਰ ਤਰੀਕੇ ਨਾਲ ਪਿਰੋਇਆ ਗਿਆ ਹੈ, ਜਿਹਦੇ ਤੋਂ ਊਰਜਾ ਪੈਦਾ ਹੁੰਦੀ ਹੈ ਤੇ ਇਹਦੇ ਵਿੱਚ ਇੱਕ ਅਦਭੁਤ ਆਕਰਸ਼ਣ ਹੈ। ਇਸ ਤਰ੍ਹਾਂ ਤੋਂ ਇਹ ਇੱਕ ਵੈਸ਼ਵਿਕ ਰਚਨਾ ਹੈ। ਸ਼੍ਰੀ ਰਾਮਕ੍ਰਿਸ਼ਨ ਜੀ ਦੇ ਜੀਵਨ ਸਿਧਾਂਤਾਂ ਨੇ ਨਾ ਕੇਵਲ ਮਿਸ਼ਨ ਅਤੇ ਮੱਠ ਦੇ ਆਦਰਸ਼ਾਂ ਦੀ ਸਥਾਪਨਾ ਕੀਤੀ, ਬਲਕਿ ਰਾਮਕ੍ਰਿਸ਼ਨ ਸੰਘ ਨੂੰ ਸੰਸਥਾ ਦਾ ਆਕਾਰ ਦਿੱਤਾ, ਜਿਹੜੀ ਕਿ ਮੱਠ ਅਤੇ ਮਿਸ਼ਨ ਦੀ ਮੁੱਢਲੀ ਸੰਸਥਾ ਹੈ। I must very clearly spell out the word। ਸ਼੍ਰੀ ਰਾਮਕ੍ਰਿਸ਼ਨ ਜੀ ਦੀ ਸਾਰੀ ਸਿੱਖਿਆਵਾਂ ਦਾ ਨਿਚੋੜ ਉਹਨਾਂ ਦੇ ਇਸ ਕਥਨ ਵਿੱਚ ਹੈ ਕਿ ਸਾਰੇ ਧਰਮ ਸੱਤ ਨੇ ਅਤੇ ਸਾਰੇ ਧਰਮਾਂ ਦੀ ਉਪਦੇਸ਼ ਵੀ ਇੱਕ ਹੀ ਹੈ
ਉਹਨਾਂ ਨੇ ਸਾਰੇ ਧਰਮਾਂ ਨੂੰ ਜੀ ਕੇ ਵੇਖਿਆ। ਸ਼੍ਰੀ ਰਾਮਕ੍ਰਿਸ਼ਨ ਜੀ ਨੇ ਸਵਾਮੀ ਵਿਵੇਕਾਨੰਦ ਨੂੰ ਇਹ ਸਿੱਖਿਆ ਦਿੱਤੀ ਕਿ ਇਸ ਸਦਭਾਵਨਾ ਦੇ ਸਿਧਾਂਤ ਨੂੰ ਸਿਰਫ ਧਰਮ ਅਤੇ ਅਧਿਆਤਮ ਪੱਖੋਂ ਨਹੀਂ ਬਲਕਿ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵੀ ਧਾਰਨ ਕੀਤਾ ਜਾ ਸਕਦਾ ਹੈ। ਰਾਮਕ੍ਰਿਸ਼ਨ ਮੱਠ ਅਤੇ ਮਿਸ਼ਨ ਦਾ ਉਦਗਮ ਅਤੇ ਵਿਸਤਾਰ ਦੈਵਿਕ ਸਰੋਤ ਤੋਂ ਹੀ ਹੋਇਆ ਹੈ, ਜਿਸ ਵਿੱਚ ਸ਼੍ਰੀ ਰਾਮਕ੍ਰਿਸ਼ਨ ਜੀ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ। ਸ਼੍ਰੀ ਮਾਂ ਸਵਾਮੀ ਵਿਵੇਕਾਨੰਦ ਅਤੇ ਉਹਨਾਂ ਦੇ ਸਾਥੀ ਸਾਧੂ ਤੇ ਦੂਜੇ ਸ਼ਿਸ਼ਿਆਂ ਨੇ ਵੀ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ। 125 ਸਾਲਾਂ ਤੋਂ ਸ਼੍ਰੀ ਰਾਮਕ੍ਰਿਸ਼ਨ ਜੀ ਦੇ ਸਿਧਾਂਤ ਅਤੇ ਆਧਿਆਤਮਿਕ ਦ੍ਰਿਸ਼ਟੀਕੋਣ ਦੇ ਪ੍ਰਕਾਸ਼ ਵਿੱਚ ਸਵਾਮੀ ਵਿਵੇਕਾਨੰਦ ਜੀ ਦੇ ਹੱਥਾਂ ਨੇ ਮਿਸ਼ਨ ਦੇ ਸਾਧੂਆਂ ਵੱਲੋਂ ਸਾਰਾ ਕਾਰਜ ਪਰੋਕਸ਼ ਹੋ ਕੇ ਪੂਰਨ ਕਰਵਾਇਆ। ਗੰਗਾ ਮਾਈ 125 ਸਾਲਾਂ ਦੀ ਇਸ ਯਾਤਰਾ ਦੀ ਨਿਰੰਤਰ ਇੱਕ ਸ਼ਾਂਤ ਸਾਕਸ਼ੀ ਰਹੀ ਹੈ।